ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ। ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਬਾਰ ਪਰਿਵਾਰ ਚਾਰੇ ਬੱਚਿਆਂ ਕੁਹਾਏ ਦੇਵੇ। ਦੇਸ਼ ਕੌਮ ਉਤੋਂ ਕੁਰਬਾਨ ਬਾਰ-ਬਾਰ। ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ। ਸੰਤਾਂ ਦਾ ਸਹਾਈ ਹੋਵੇ, ਪਿਆਰਿਆਂ ਦੀ ਢਾਲ ਜੀ। ਆਪ ਚੌਂਕੀਦਾਰ ਹੋ ਕੇ ਸਾਰੀ ਰਾਤ ਪਹਿਰਾ ਦੇਵੇ। ਪਾਪ ਅੱਗ ਵਿੱਚੋਂ ਲਵੇ, ਸਿੱਖ ਨੂੰ ਨਿਕਾਲ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ। ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ। ਪਿਤਾ ਦਸ਼ਮੇਸ਼ ਵਰਗਾ। ਪਿਆਰੇ ਜੀ ਪਿਤਾ ਦਸ਼ਮੇਸ਼ ਵਰਗਾ। ਪਿਆਰਿਓ ਪਿਤਾ ਦਸ਼ਮੇਸ਼ ਵਰਗਾ। ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ। ਪਿਤਾ ਦਸ਼ਮੇਸ਼ ਵਰਗਾ। इन पुत्रन के शीस पे वार दिए, चार मुए तो क्या हुआ जीवत कई। जुगो जुग टल चबर छतर तख्तां दे मालिक, जागदी जोत हाजरा हजूर जहरा जूर। सर्व कला भरपूर नाम बणी के बोहे। कलजु के जहाज दीना बंधु भगत वत्सल किरपा निधान। धन 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 साहिब श्री गुरु ग्रंथ साहिब महाराज सच्चे पातशाह जी की पावन ते पवित्र हजूरी दे विच जितने भी माई भाई सतसंगी जन सतगुरां की हजूरी दे विच शोभत बैठे हो,
ਤਾਂਤਾਂ ਦੇ ਯੋਗ ਜ਼ਿੰਦਗੀ ਦੀਆਂ ਅਮੋਲਕ ਘੜੀਆਂ, ਜੀਵਨ ਦੇ ਅਮੋਲਕ ਸਵਾਸਾਂ ਨੂੰ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਮੇਂ ਨੂੰ ਸਫਲਾ ਕਰ ਰਹੇ ਹੋ। ਹਰ ਸਾਲ ਦੀ ਤਰ੍ਹਾਂ ਸਿਗਲੀਗੜ੍ਹ ਸਿੱਖ ਸੇਵਕ ਜਥੇ ਵੱਲੋਂ ਆਪ ਸੰਗਤਾਂ ਦੇ ਨਾਲ ਉਪਰਾਲਾ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ, ਜਿਨ੍ਹਾਂ ਦੀ ਕੁਰਬਾਨੀ ਸੰਸਾਰ ਦੇ ਇਤਿਹਾਸ ਪੜ੍ਹੋਗੇ ਤੁਹਾਨੂੰ ਕਿਤੇ ਨਹੀਂ ਮਿਲਣੀ, ਐਸੀ ਲਾਸਾਨੀ ਸ਼ਹੀਦੀ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਆਪ ਇਹ ਹਰ ਸਾਲ ਸਮਾਗਮ ਕਰਦੇ ਹੋ। ਕੁਝ ਸਮਾਂ ਆਪਣੇ ਪਾਸ ਹੈ, ਇਸ ਸਮੇਂ ਦਾ ਆਪਾਂ ਗੁਰੂ ਕਿਆਂ ਦੀ ਹਜ਼ੂਰੀ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰਨਾ ਹੈ। ਕਿਰਪਾ ਕਰਕੇ ਰੌਲੇ ਤੋਂ ਸੰਕੋਚ ਕਰੋ, ਇੱਕ ਮਨ ਇੱਕ ਚੇਤੀ ਇਕਾਗਰਤਾ ਬਣਾ ਕੇ ਰੱਖੋ। ਇਹ ਸਮਾਂ ਜਿਹੜਾ ਹੈ ਇਹ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੈ ਜਿੱਥੇ ਇਹ ਸਿੱਖ ਸੇਵਕ ਜਥੇ ਦਾ ਬਹੁਤ ਵੱਡਾ ਉਪਰਾਲਾ ਹੈ। ਉੱਥੇ ਮੈਂ ਅੱਗੇ ਤੋਂ ਇਹ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਵੀ ਤੁਹਾਡੀ ਡਿਊਟੀ ਲੱਗਦੀ ਹੈ ਸੰਗਤਾਂ ਨੂੰ ਸਮਝਾਇਆ ਕਰੋ ਵੀ ਜੇ ਆਪਾਂ ਉੱਥੇ ਜਾਣਾ ਹੈ ਤਾਂ ਉਹਨੂੰ ਆਪਾਂ ਮੇਲਾ ਨਹੀਂ ਬਣਾਉਣਾ, ਜੋੜ ਮੇਲਾ ਬਣਾਇਆ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਜਦੋਂ ਮੈਂ ਇੱਥੋਂ ਭਾਈ ਸਾਹਿਬ ਜੀ ਨੇ ਅਨਾਉਂਸਮੈਂਟ ਕੀਤੀ ਵੀ ਜਿੰਨੀ ਸੰਗਤ ਬਾਹਰ ਹੈ ਉਨੀ ਸੰਗਤ ਅੰਦਰ ਹੈ, ਮੈਂ ਉਹਨਾਂ ਦੇ ਬਚਨ ਨੂੰ ਵੱਡਾ ਕਰਦਾ ਵੀ ਜਿੰਨੀ ਅੰਦਰ ਹੈ ਉਦੋਂ ਦੁੱਗਣੀ ਬਾਹਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੀ ਅੰਦਰ ਹੈ ਨਾ ਉਦੋਂ ਦੁੱਗਣੀ ਬਾਹਰ ਹੈ। ਉਹ ਜਿਹੜੇ ਬਾਹਰ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਅਸੀਂ ਆਏ ਕਿੱਥੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁੱਛ ਲਿਓ ਤੁਸੀਂ ਜਾ ਕੇ ਮਾਂ ਦੇ ਵਿੱਚ, ਪੁੱਛਿਓ ਵੀ ਕੀ ਸੁਣਾਇਆ ਸੀ। ਸਾਧ ਸੰਗਤ ਜੀ, ਸਾਡੇ ਘਰਾਂ ਦੇ ਵਿੱਚ ਇੱਕ ਪੁੱਤਰ ਚਲਿਆ ਜਾਵੇ ਨਾ, ਇੱਕ ਪੁੱਤਰ ਚਲਿਆ ਜਾਵੇ, ਸੁਣੋ ਧਿਆਨ ਨਾਲ, ਸਾਡੇ ਘਰਾਂ ਦੇ ਵਿੱਚੋਂ ਕਿਤੇ ਕੋਈ ਐਸੀ ਟ੍ਰੈਜਡੀ ਵਾਪਰ ਜਾਵੇ, ਇੱਕ ਪੁੱਤਰ ਕੋਈ ਚਲਿਆ ਜਾਵੇ, ਮੇਰਾ ਖਿਆਲ ਹੈ ਵੀ ਆਪਾਂ ਨਾ ਤਾਂ ਉੱਥੇ ਹੱਸ ਸਕਦੇ ਹਾਂ, ਨਾ ਉੱਥੇ ਰੌਲਾ ਪਾ ਸਕਦੇ ਹਾਂ। ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਦੇ ਨਾਲ ਤਨ ਲੱਗੀਆਂ ਹੁੰਦੀਆਂ ਨੇ। ਤੇ ਕਲਗੀਧਰ ਦੇ ਕਿਹਨਾਂ ਦੀ ਖਾਤਰ ਕੁਰਬਾਨੀ ਕੀਤੀ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 4 ਪੁੱਤਰ ਵਾਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹਨਾਂ 4 ਪੁੱਤਰਾਂ ਦੀ ਯਾਦ ਦੇ ਵਿੱਚ ਅਸੀਂ ਬੈਠੇ ਹਾਂ ਤੇ ਕਿਸੇ ਕਵੀ ਨੇ ਲਿਖਿਆ ਕਿ ਪਾਤਸ਼ਾਹ ਨੇ ਸਾਬੋਂ ਕੀ ਤਲਵੰਡੀ ਵਜਨ ਕੀਤਾ ਸੀ, ਇਨ ਪੁੱਤਰਨ ਕੇ ਸੀਸ ਪਰ। ਆ ਜਿਹੜੇ ਆਪਾਂ ਬੈਠੇ ਆ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਕਲਗੀਧਰ ਮਹਾਰਾਜ ਜੀ ਨੇ ਸਾਨੂੰ ਪੁੱਤਰ ਬਣਾਇਆ। ਹੁਣ ਕਲਗੀਧਰ ਜੀ ਦੇ ਪੁੱਤਰ ਬਣ ਕੇ ਆਪਾਂ ਨੇ ਗੁਰੂ ਕਿਆਂ ਦੀ ਮਰਿਆਦਾ ਵਿੱਚ ਰਹਿ ਕਰਕੇ ਜੀਵਨ ਸਫਲ ਕਰਨਾ ਹੈ, ਬਚਨ ਮੰਨਣਾ ਹੈ। इन पुत्रन के शीस पर वार दिए सुतचार, 4 मुए तो क्या हुआ, जीवत कई हजार। कलगीधर महाराज सच्चे पातशाह जी पाउंटा साहब की पावन पवित्र धरती तो आनंदपुर साहब आ जाते हैं। आनंदपुर साहब की धरती ते आ करके उत्थे होले महल्ले सजदे है, उत्थे रणजीत नगारे बजदे है, जिन्होंने दिल्ली तख्त दियां फौजां सूबा लाहौर 22 तार दे पहाड़ी राजे
ਗੁਰੂ ਸਾਹਿਬ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ। ਆਖਰ ਨੂੰ ਕੀ ਹੋਇਆ? ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ, ਯੁੱਧ ਹੋਇਆ, ਬੜਾ ਲੰਬਾ ਸਮਾਂ ਚੱਲਿਆ। ਆਖਰ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਪ੍ਰਾਨਾਂ ਤੋਂ ਪਿਆਰੇ ਗੁਰਸਿੱਖ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਤਿਗੁਰਾਂ ਦੇ ਕਿਲੇ ਦੇ ਵਿੱਚ ਰਾਸ਼ਨ ਪਾਣੀ ਦੀ ਘਾਟ ਆਈ। ਉਸ ਸਮੇਂ ਆਪਾਂ ਨੂੰ ਇਤਿਹਾਸ ਬਾਰੇ ਪਤਾ ਵੀ ਦਿੱਲੀ ਤਖਤ ਦੀਆਂ ਫੌਜਾਂ ਨੇ 22 ਤਾਰ ਦੇ ਪਹਾੜੀ ਰਾਜਿਆਂ ਨੇ ਗੁਰੂ ਕਿਆਂ ਪਾਸ ਬੇਨਤੀ ਕੀਤੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਅਗਰ ਤੁਸੀਂ ਖਾਲੀ ਕਰਦੇ ਹੋ, ਤੁਹਾਡਾ ਸਾਡੇ ਨਾਲ ਕੋਈ ਰੌਲਾ ਨਹੀਂ ਹੈ। ਇਤਿਹਾਸ ਦੱਸਦਾ ਹੈ ਕਿ ਕਸਮਾਂ ਵੀ ਖਾਧੀਆਂ। ਉਹ ਕਸਮਾਂ ਕਿਹੜੀਆਂ ਸੀ? ਆਪਾਂ ਨੂੰ ਪਤਾ ਵੀ 22 ਤਾਰ ਦੇ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾਈ, ਕਿਉਂਕਿ ਹਿੰਦੂ ਧਰਮ ਦੇ ਵਿੱਚ ਗਊ ਦੀ ਬਹੁਤ ਵੱਡੀ ਮਾਨਤਾ ਕੀਤੀ ਜਾਂਦੀ ਹੈ। ਮੁਸਲਮਾਨ ਧਰਮ ਦੇ ਵਿੱਚ ਕੁਰਾਨ ਸ਼ਰੀਫ ਬੜਾ ਸਤਿਕਾਰਯੋਗ ਗ੍ਰੰਥ ਹੈ। ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਉਹਨਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ, ਸਾਨੂੰ ਆਟੇ ਦੀ ਗਊ ਬਣਾ ਕੇ ਮਹਾਰਾਜ ਨੂੰ ਬਚਨ ਕੀਤਾ ਗਿਆ ਕਿ ਸਾਨੂੰ ਗਊ ਦੀ ਕਸਮ ਲੱਗੇ, ਸਾਨੂੰ ਕੁਰਾਨ ਸ਼ਰੀਫ ਦੀ ਕਸਮ ਲੱਗੇ, ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ, ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ। ਸਿੰਘਾਂ ਨੇ ਕਿਹਾ ਮਹਾਰਾਜ ਇਹਨਾਂ ਦੀਆਂ ਕਸਮਾਂ ਨੂੰ ਮੰਨ ਲੈਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਬੇਈਮਾਨ ਲੋਕ ਨੇ, ਇਹਨਾਂ ਨੂੰ ਧਰਮ ਕਰਮ ਦੀ ਕੋਈ ਜਾਂਚ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧਰਮ ਦਾ ਸਹਾਰਾ ਲੈਂਦੇ ਨੇ। ਕਈ ਲੋਕਾਂ ਦੇ ਅੰਦਰ ਧਰਮ ਨਹੀਂ ਹੁੰਦਾ, ਲੇਕਿਨ ਧਰਮ ਦਾ ਬਾਣਾ ਪਾ ਕੇ ਧਰਮ ਦਾ ਸਹਾਰਾ ਲੈ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਮਹਾਰਾਜ ਨੇ ਕਿਹਾ ਸਿੰਘੋ, ਤੁਹਾਨੂੰ ਇਹਨਾਂ ਦੀ ਬੇਈਮਾਨੀ ਜੇ ਦਿਖਾਈਏ ਨਾ। ਮਹਾਰਾਜ ਨੇ ਕੀ ਕੀਤਾ? ਗੱਡਿਆਂ ਦੇ ਉੱਪਰ ਜਿਹੜਾ ਟੁੱਟਿਆ ਫੁੱਟਿਆ ਸਮਾਨ ਸੀ ਆਨੰਦਗੜ੍ਹ ਦੇ ਕਿਲੇ ਦੇ ਵਿੱਚ, ਜਿਹੜੇ ਪਸ਼ੂ ਮਰ ਚੁੱਕੇ ਸਨ, ਉਹਨਾਂ ਦੇ ਪਿੰਜਰ ਪਏ ਸਨ, ਉਹ ਸਾਰਾ ਟੁੱਟਿਆ ਫੁੱਟਿਆ ਸਮਾਨ ਗੱਡਿਆਂ ਤੇ ਲੱਦ ਕਰਕੇ, ਉਹ ਪਸ਼ੂਆਂ ਦੇ ਪਿੰਜਰ ਗੱਡਿਆਂ ਤੇ ਲੱਦ ਕਰਕੇ ਉਹਦੇ ਉੱਪਰ ਬਹੁਤ ਕੀਮਤੀ ਦੁਸ਼ਾਲੇ ਪਾ ਦਿੱਤੇ। ਜਦੋਂ ਆਨੰਦਗੜ੍ਹ ਦੇ ਕਿਲੇ ਤੋਂ ਨਿਕਲੇ, ਦੇਖ ਕਰਕੇ ਵੀ ਬੜੇ ਕੀਮਤੀ ਦੁਸ਼ਾਲੇ ਜਿਹੜੇ ਪਾਏ ਨੇ, ਇਹਨਾਂ ਦੇ ਵਿੱਚ ਬੜੇ ਕੀਮਤੀ ਸਮਾਨ ਹੋਣਾ। ਬਾਹਰ ਨਿਕਲੇ, ਥੋੜੀ ਦੂਰ ਗਏ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਨੇ ਹਮਲਾ ਕੀਤਾ। 22 ਤਾਰ ਦੇ ਪਹਾੜੀ ਰਾਜਿਆਂ ਨੇ ਜਦੋਂ ਹਮਲਾ ਕੀਤਾ, ਉਹ ਦੁਸ਼ਾਲੇ ਚੱਕੇ ਤੇ ਕੀ ਨਿਕਲਿਆ ਥੱਲਿਓਂ? ਟੁੱਟੇ ਛਿੱਤਰ, ਟੁੱਟਿਆ ਸਮਾਨ, ਨਿੰਮੋ ਝੂਣੇ ਹੋਏ। ਸਤਿਗੁਰੂ ਮਹਾਰਾਜ ਜੀ ਸਿੰਘਾਂ ਨੂੰ ਕਹਿੰਦੇ, ਸਿੰਘੋ ਆ ਇਹਨਾਂ ਦੀਆਂ ਕਸਮਾਂ ਹੋਣਗੀਆਂ, ਇਹ ਬੇਈਮਾਨ ਲੋਕ ਨੇ। ਚਲੋ ਸਿੰਘਾਂ ਨੇ ਬਾਰ-ਬਾਰ ਬੇਨਤੀ ਕੀਤੀ, ਗੁਰਮਤਾ ਪਾਇਆ। ਸਤਿਗੁਰੂ ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਹੁੰਦਾ ਸੀ ਇੱਕ ਆਨੰਦਗੜ੍ਹ ਦੇ ਕਿਲੇ ਦੇ ਵਿੱਚ। ਉਹ ਪ੍ਰਸ਼ਾਦੀ ਹਾਥੀ ਕੀ ਕਰਦਾ ਸੀ? ਆਪਣੀ ਸੁੰਡ ਦੇ ਵਿੱਚ, ਹਾਥੀ ਦਾ ਦੇਖਿਆ ਆਪਾਂ ਸਭ ਨੇ, ਉਹ ਪ੍ਰਸ਼ਾਦੀ ਹਾਥੀ ਦਾ ਖਿਤਾਬ ਇਸ ਕਰਕੇ ਮਿਲਿਆ, ਉਹ ਆਪਣੀ ਸੁੰਡ ਦੇ ਵਿੱਚ ਚੌਰ ਸਾਹਿਬ ਫੜ ਕਰਕੇ ਗੁਰੂ ਸਾਹਿਬ ਜੀ ਦੇ ਚੌਰ ਕਰਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਪ੍ਰਸ਼ਾਦੀ ਹਾਥੀ ਸੀ ਨਾ, ਉਹ ਚੌਰ ਦੀ ਸੇਵਾ ਕਰਦਾ ਹੁੰਦਾ ਸੀ, ਔਰ ਆਪਣੀ ਸੁੰਡ ਦੇ ਵਿੱਚ ਪਾਣੀ ਜਲ ਭਰ ਕੇ ਗੁਰੂ ਸਾਹਿਬ ਦੇ ਚਰਨ ਧੋਂਦਾ ਹੁੰਦਾ ਸੀ। ਜਦੋਂ ਸਤਿਗੁਰੂ ਮਹਾਰਾਜ ਜੀ ਤੀਰ ਚਲਾਉਂਦੇ, ਉਹ ਪ੍ਰਸ਼ਾਦੀ ਹਾਥੀ ਤੀਰ ਜਾ ਕੇ ਲਿਆਉਂਦਾ ਸੀ। ਉਹ ਵੀ ਸ਼ਹੀਦ ਹੋ ਗਿਆ। ਮੈਂ ਤੇ ਕਦੇ ਕਦੇ ਕਹਿਣਾ ਹੁੰਨਾ ਵੀ ਸਾਡੇ ਵਰਗੇ ਮਨਮੁਖ ਲੋਕਾਂ ਦੇ ਨਾਲੋਂ ਤਾਂ ਗੁਰੂ ਦਾ ਹਾਥੀ ਹੀ ਚੰਗਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਥੀ ਦੀ ਜੂਨ ਪਤਾ ਨਹੀਂ ਕਿਹੜੀ ਰੂਹ ਹੋਣੀ ਹੈ, ਜਿਹੜੇ ਹਾਥੀ ਦੇ ਰੂਪ ਦੇ ਵਿੱਚ ਆ ਕੇ ਵੀ ਗੁਰੂ ਸਾਹਿਬ ਦੇ ਚੌਰ ਦੀ ਸੇਵਾ ਕੀਤੀ, ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕੀਤੀ। ਤੇ ਅਸੀਂ ਲੋਕ ਭਾਗਾਂ ਵਾਲੇ ਨੇ ਜਿਹੜੇ ਸੇਵਾ ਕਰਦੇ ਨੇ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਨਹੀਂ ਤੇ ਅੱਜ ਦੇ ਸਮੇਂ ਪਦਾਰਥਵਾਦੀ ਯੁੱਗ ਦੇ ਵਿੱਚ ਸੇਵਾ ਤੋਂ ਬੜੀ ਦੂਰ ਦੁਨੀਆ ਜਾ ਰਹੀ ਹੈ। ਸਾਧ ਸੰਗਤ ਜੀ, ਤੁਸੀਂ ਦੇਖਿਆ ਹੋਣਾ
ਵੀ ਸਾਨੂੰ ਖਾਸ ਕਰਕੇ ਹੁਣ ਸ਼ਹਿਰਾਂ ਦੇ ਵਿੱਚ ਤੰਦੂਰ ਵਾਲੇ ਲਾਉਣੇ ਪੈਂਦੇ ਆ ਕਿ ਨਹੀਂ ਲਾਉਣੇ ਪੈਂਦੇ? ਤੰਦੂਰ ਵਾਲੇ ਲਾਉਣੇ ਪੈਂਦੇ ਆ ਨਾ। ਕਿਉਂ ਲਾਉਣੇ ਪੈਂਦੇ ਆ? ਸੋਚਿਆ ਕਿਤੇ? ਤੰਦੂਰ ਵਾਲੇ ਕਿਉਂ ਲਾਉਣੇ ਪੈਂਦੇ ਆ? ਸੋਚਿਆ ਕਿਤੇ? ਕਿਉਂਕਿ ਅਸੀਂ ਸੇਵਾ ਹੀ ਨਹੀਂ ਕਰ ਸਕਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਬੀਬੀਆਂ ਭੈਣਾਂ, ਇਹ ਆਪਾਂ ਕਹਿੰਦੇ ਮਾਈ ਭਾਗੋ ਦੀਆਂ ਵਾਰਸਾਂ ਨੇ, ਤੇ ਮਾਈ ਭਾਗੋ ਦੀਆਂ ਵਾਰਸਾਂ ਪ੍ਰਸ਼ਾਦਾ ਨਹੀਂ ਲਾ ਸਕਦੀਆਂ ਤੇ ਜੰਗ ਕਿਵੇਂ ਕਰਨਗੀਆਂ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰਸ਼ਾਦਾ ਹੱਥੀਂ ਸੇਵਾ ਕਰ ਲਿਆ ਕਰੋ। ਸਤਿਗੁਰੂ ਮਹਾਰਾਜ ਜੀ ਦਾ ਵਚਨ ਹੈ, ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ। ਕਰਿਆ ਕਰੋ ਬੇਨਤੀ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ। ਮੇਰਾ ਖਿਆਲ ਆ ਵੀ ਤੁਸੀਂ ਇੰਨੀ ਸੰਗਤ, ਇੰਨੀਆਂ ਬੀਬੀਆਂ, ਇੰਨੀ ਸੰਗਤ ਹੋਵੇ ਤੇ ਇੰਨੀਆਂ ਬੀਬੀਆਂ ਹੋਵੇ, ਤੁਸੀਂ ਇੱਥੇ ਦਾ ਕੀ ਤੁਸੀਂ ਸਾਰੇ ਸੋਨੀਪਤ ਨੂੰ ਪ੍ਰਸ਼ਾਦਾ ਛਕਾ ਦਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਹੱਥੀਂ ਬਣਾਇਆ ਹੋਇਆ ਇਹ ਸੇਵਾ ਜਾ ਰਹੀ ਹੈ ਸਾਡੇ ਕੋਲੋਂ। ਅਸੀਂ ਕਹਿੰਦੇ ਨਾ ਮਾਡਰਨ ਹੋ ਗਏ। ਤੁਸੀਂ ਦਰਬਾਰ ਸਾਹਿਬ ਦੇ ਵਿੱਚ ਦੇਖਿਆ ਹੋਣਾ, ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਉੱਥੇ ਜਦੋਂ ਲੰਗਰ ਛਕਦੇ ਹਾਂ, ਆ ਜਿਹੜੇ ਆਪਾਂ ਪਲਾਸਟਿਕ ਜਿਹਦੇ ਥਾਲ ਚੱਕੀ ਫਿਰਦੇ ਆ, ਕਿਤੇ ਹਰਮੰਦਰ ਸਾਹਿਬ 'ਚ ਦੇਖੇ ਨੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੇਖੇ ਕਿਤੇ? ਕਿਉਂ? ਗੁਰੂ ਸਾਹਿਬ ਨੇ ਹੱਥੀਂ ਸੇਵਾ, ਜਿਸ ਥਾਲੀ ਵਿੱਚ ਛਕਦਾ ਉਹ ਥਾਲੀ ਨੂੰ ਮਾਂਜਣਾ ਵੀ ਹੈ, ਸੇਵਾ ਵੀ ਕਰਨੀ ਹੈ, ਹੱਥੀਂ ਸੇਵਾ ਕਰਨੀ ਹੈ। ਤੇ ਹੁਣ ਸਾਡਾ ਸਿਸਟਮ ਕੀ ਹੋ ਗਿਆ? ਥਾਲੀ 'ਚ ਖਾਓ, ਸਿੱਟ ਦਿਓ, ਇਕੱਠੀਆਂ ਕਰਕੇ ਅੱਗ ਲਾ ਦਿਓ, ਗਈ ਸੇਵਾ ਮਾਂਜਣ ਦੀ ਵੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੇਵਾ ਤਾਂ ਸਾਡੀ ਹੱਥੋਂ ਨਿਕਲਦੀ ਜਾ ਰਹੀ ਹੈ ਤੇ ਸੇਵਾ ਜ਼ਰੂਰੀ ਬਹੁਤ ਹੈ। ਦੋ ਪੰਖ ਹੁੰਦੇ ਨੇ ਪੰਛੀ ਦੇ ਉੱਡਣ ਵਾਸਤੇ, ਜੇ ਦੋਨਾਂ ਵਿੱਚੋਂ ਇੱਕ ਪੰਖ ਨਾ ਹੋਵੇ ਪੰਛੀ ਉਡਾਰੀ ਨਹੀਂ ਮਾਰ ਸਕਦਾ। ਇੱਕ ਗੁਰੂ ਦੇ ਘਰ 'ਚ ਸੇਵਾ ਹੁੰਦੀ ਹੈ ਤੇ ਦੂਜੀ ਸਿਮਰਨ ਹੁੰਦਾ। ਗੱਲਾਂ ਦੇ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੱਲਾਂ ਦੇ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਇਹ ਤਾਂ ਹੱਥੀਂ ਸੇਵਾ ਕਰਨੀ ਪੈਣੀ ਆ ਪਿਆਰਿਓ। ਜੇ ਸਾਡੇ ਗੁਰੂ ਨੇ ਪਾਣੀ ਢੋਇਆ ਤੇ ਸਾਨੂੰ ਵੀ ਢੋਣਾ ਹੀ ਪੈਣਾ ਹੈ, ਤੇ ਗੁਰੂ ਨੇ ਪੱਖਾ ਚੱਲਿਆ ਤੇ ਸਾਨੂੰ ਵੀ ਚੱਲਣਾ ਹੀ ਪੈਣਾ ਹੈ। ਰੋਹ ਵਿਚਾਰ ਆਨੰਦਗੜ੍ਹ ਦੇ ਕਿਲੇ ਨੂੰ ਸਮਾਂ ਆਇਆ, ਵਕਤ ਆਇਆ, ਦੁਨੀਆ ਮਾਣਦੀ ਸੀ ਆਨੰਦ, ਦੁਨੀਆ ਪਈ ਸੀ ਰਜਾਈਆਂ ਦੇ ਵਿੱਚ। ਕਲਗੀਧਰ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਗੁਰਬਖਸ਼ ਸਿੰਘ ਉਦਾਸੀ ਬਾਬਾ ਜੀ ਦੀ ਡਿਊਟੀ ਲਾ ਕੇ ਕਿ ਤੁਸੀਂ ਆਨੰਦਪੁਰ ਦੀ ਸੇਵਾ ਕਰਨੀ ਹੈ ਸਾਡੇ ਬਾਅਦ। ਮੇਰੇ ਪਾਤਸ਼ਾਹ ਜੀ ਅੱਧੀ ਰਾਤ ਦਾ ਸਮਾਂ ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ। ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ। ਵਸਦੇ ਆਨੰਦਪੁਰ ਨੂੰ, ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ। ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ। ਵਸਦੇ ਆਨੰਦਪੁਰ ਨੂੰ ਚੱਲਿਆ ਕਲਗੀਆਂ ਵਾਲਾ। ਛੱਡ ਚੱਲਿਆ ਕਲਗੀਆਂ ਵਾਲਾ। ਚੱਲਿਆ ਕਲਗੀਆਂ ਵਾਲਾ। ਛੱਡ ਚੱਲਿਆ ਕਲਗੀਆਂ ਵਾਲਾ। ਉਹ ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ। ਵਸਦੇ ਆਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ। ਵਸਦੇ ਛੱਡ ਚੱਲਿਆ ਕਲਗੀਆਂ ਵਾਲਾ। ਆਨੰਦਪੁਰ ਨੂੰ ਛੱਡ ਦਿੱਤਾ। ਸਰਸਾ ਨਦੀ ਦੇ ਕਿਨਾਰੇ ਜਦੋਂ ਕੀਰਤਪੁਰ ਵਾਲੀ ਸਾਈਡ ਨੂੰ ਆਏ, ਪਹਾੜੀ ਰਾਜਿਆਂ ਨੇ ਤੇ ਮੁਗਲ ਗੋਂਬ ਦੀਆਂ ਫੌਜਾਂ ਨੇ ਪਿੱਠ ਪਿੱਛੇ ਦੀ ਹਮਲਾ ਕੀਤਾ। ਭਿਆਨਕ ਜੰਗ ਹੋਇਆ। ਗੁਰਾਂ ਦੇ ਪਿਆਰੇ ਸਿੰਘ ਸ਼ਹੀਦ ਹੋਏ, ਭਾਈ ਉਦੇ ਸਿੰਘ ਜੀ ਵਰਗੇ। ਸਰਸਾ ਨਦੀ 'ਚ ਹੜ੍ਹ ਆਇਆ ਹੋਇਆ ਸੀ। ਕਾਫੀ ਦਿਨ ਪਹਿਲਾਂ ਬਹੁਤ ਜ਼ਿਆਦਾ ਬਰਸਾਤ,
ਜਦੋਂ ਸਰਸਾ ਨਦੀ ਦੇ ਕਿਨਾਰੇ ਇਤਿਹਾਸ ਦੱਸਦਾ ਹੈ ਪਿਆਰ ਵਾਲਿਓ, ਇਤਿਹਾਸ ਦੱਸਦਾ ਵੀ ਪਰਿਵਾਰ ਆਨੰਦਪੁਰ ਛੱਡਿਆ, ਹਮਲਾ ਹੋਇਆ, ਸਰਸਾ ਨਦੀ ਤੇ ਪਹੁੰਚੇ, ਪਰ ਸਤਿਗੁਰਾਂ ਨੇ ਤੇ ਪਾਤਸ਼ਾਹ ਦੇ ਸਿੰਘਾਂ ਨੇ ਨਿਤਨੇਮ ਨਹੀਂ ਛੱਡਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਿਤਨੇਮ ਨਹੀਂ ਛੱਡਿਆ। ਤੇ ਗੁਰਸਿੱਖ ਦਾ ਸਾਧ ਸੰਗਤ ਜੀ ਬਾਹਰੀ ਲਿਬਾਸ ਵੀ ਦੱਸਿਆ ਮਹਾਰਾਜ ਨੇ, ਤੇ ਗੁਰਸਿੱਖ ਦਾ ਅੰਦਰਲਾ ਲਿਬਾਸ ਵੀ ਦੱਸਿਆ। ਮਹਾਰਾਜ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਉਹ ਕੀ ਕਰੇ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇ, ਸਿਮਰਨ ਕਰੇ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਕਿੰਨਾ ਕੁ ਨਿਤਨੇਮ ਅੰਮ੍ਰਿਤ ਵੇਲੇ ਕਰਦੇ ਹਾਂ, ਸਾਰਿਆਂ ਨੂੰ ਹੀ ਪਤਾ। ਇੱਕ ਸਿਦਕ ਦੀ ਸਿੱਖੀ, ਇੱਕ ਧੰਦੇ ਦੀ ਸਿੱਖੀ, ਤੇ ਸਾਡੇ ਕੋਲੇ ਜ਼ਿਆਦਾਤਰ ਮਾਫ ਕਰਨਾ ਦਿਖਾਵੇ ਦੀ ਸਿੱਖੀ ਰਹਿ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ, ਕੱਪੜਾ ਨਦਰੀ ਮੁਖ ਦੁਆਰ। ਸਰਸਾ ਨਦੀ ਦਾ ਕਿਨਾਰਾ ਹੋਵੇ ਤੇ ਸਤਿਗੁਰੂ ਆਵਾਜ਼ ਲਾਉਂਦੇ ਨੇ, ਉਹ ਦਇਆ ਸਿੰਘ ਅੰਮ੍ਰਿਤ ਦਾ ਵੇਲਾ ਹੋਇਆ। ਸੱਚੇ ਪਾਤਸ਼ਾਹ ਨੇ ਸਰਸਾ ਨਦੀ ਦੇ ਕਿਨਾਰੇ ਤੇ ਆਸਾ ਦੀਵਾਰ ਦਾ ਲਾਇਆ ਦੀਵਾਨ ਗੁਰਾਂ ਨੇ, ਆਸਾ ਦੀਵਾਰ ਦਾ ਲਾਇਆ ਦੀਵਾਨ ਗੁਰਾਂ ਨੇ। ਆਸਾ ਦੀਵਾਰ ਦਾ ਲਾਇਆ ਦੀਵਾਨ ਗੁਰਾਂ ਨੇ, ਆਸਾ ਦੀਵਾਰ ਦਾ ਲਾਇਆ ਦੀਵਾਨ ਗੁਰਾਂ ਨੇ। ਆਸਾ ਦੀਵਾਰ ਦਾ ਆਸਾ ਦੀਵਾਰ ਦਾ ਕੀਰਤਨ ਹੋਇਆ। ਜਦੋਂ ਸਰਸਾ ਨੂੰ ਪਾਰ ਕੀਤਾ, ਹੁਕਮ ਹੋਇਆ ਕਿਤੇ ਪਿਆਰ ਵਾਲਿਓ ਸੋਚੋ, ਸਤਿਗੁਰਾਂ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਕੋਈ ਪਰਿਵਾਰ ਹੋਵੇ ਘਰ-ਬਾਰ ਛੱਡਿਆ ਗਿਆ ਹੋਵੇ, ਕਾਲੀ ਬੋਲੀ ਰਾਤ ਪੈਂਦੀ ਹੋਵੇ, ਛੋਟੇ ਛੋਟੇ ਬੱਚੇ ਵਿਛੜ ਜਾਣ ਤੇ ਉਹ ਪਰਿਵਾਰ ਦੇ ਕੀ ਬੀਤੂਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਸਤਿਗੁਰਾਂ ਦੇ ਪ੍ਰਾਣਾਂ ਤੋਂ ਪਿਆਰੇ ਭਾਈ ਦਇਆ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸੰਗਤ ਸਿੰਘ, ਹੋਰ ਗੁਰੂ ਦੇ ਪਿਆਰ ਵਾਲੇ ਸਿੱਖ ਇਹ ਚਮਕੌਰ ਦੀ ਗੜੀ ਵੱਲ ਨੂੰ ਚਾਲੇ ਪਾ ਦਿੰਦੇ ਨੇ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸਾਹਿਬ ਦੇਵਾਂ ਜੀ ਇੱਕ ਪਾਸੇ ਨੂੰ ਨਿਕਲ ਜਾਂਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਮਾਤਾ ਗੁਜਰ ਕੌਰ, ਸਾਹਿਬਜ਼ਾਦਾ ਜੋਰਾਵਰ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਇਹ ਕੁੰਮੇ ਮਾਸ਼ਕੀ ਦੀ ਝੁੱਗੀ ਵਾਲੇ ਇੱਕ ਪਾਸੇ ਨੂੰ ਨਿਕਲ ਜਾਂਦੇ ਨੇ। ਭਾਵ ਕਿ ਸਰਸਾ ਨਦੀ ਦੇ ਕਿਨਾਰੇ ਤੇ ਪੜ੍ਹਦੇ ਹੁੰਦੇ ਆ ਸਾਰੇ ਗੁਰੂ ਦੇ ਪਿਆਰ ਵਾਲਿਓ। ਸਰਸਾ ਨਦੀ ਤੇ ਵਿਛੋੜੇ ਪੈ ਗਏ ਗੁਰੂ ਜੀ ਦੇ ਲਾਲਾਂ ਦੇ, ਸਰਸਾ ਨਦੀ ਤੇ ਵਿਛੋੜੇ ਗੁਰੂ ਜੀ ਦੇ ਲਾਲਾਂ ਦੇ। ਸਰਸਾ ਨਦੀ ਤੇ ਵਿਛੋੜੇ ਨਦੀ ਤੇ ਵਿਛੋੜੇ ਪੈ ਗਏ ਗੁਰੂ ਜੀ ਦੇ ਲਾਲਾਂ ਦੇ। ਸਰਸਾ ਨਦੀ ਤੇ ਵਿਛੋੜੇ ਪੈ ਗੁਰੂ ਜੀ ਦੇ ਲਾਲਾਂ ਦੇ। ਸਰਸਾ ਨਦੀ ਤੇ ਵਿਛੜ ਗਏ, ਕੁੰਮੇ ਮਾਸ਼ਕੀ ਦੀ ਝੁੱਗੀ
2 दिन माता गुजर कौर ते माता गुजर कौर जी साहबजादा जोरावर ते बाबा फतेह सिंह जी उत्थे रहे। उत्थे मिलिया गंगू। इतिहास दसदा गुरु घर दी रसोईया भी कहते उन्होंने। माता जी मेरे नाल मेरे पिंड चलो। इस विपता की घड़ी दे विच माता जी ने किया विश्वास। गंगू अपने पिंड लै गया, जल पानी छकाया, सेवा कर रहा है। सेवा करते करते माता जी के कोल एक खुरजी दसी इतिहास दे विच। इहदी निगाह पै गई। इन्हें सोचा भी जिहड़ी इस घड़ी दे विच माता जी कोले खुरजी है, इहदे विच बड़ा कीमती समान माया वाली खुरजी, क्यों ना इहनूं चक लवां मैं। मन खुटहर तेरा नहीं विसास तू महा उदमादा। खोटिया मना तेरा काहदा विश्वास है। पहला घर ले आउंदा है, सेवा करदा है, जल पानी छकाउंदा है, मन बेईमान हो जाता है। ओ भाई जां तां मैनू बुला लेंदे, जां फिर बीबियां जिहड़ियां रौला पाउंदियां ने उन्हां नूं स्टेज ते लै आउंदे आपां। तुहानूं टाइम दे दिंदे आ भाई। जदों दा मैं कीर्तन शुरू किया कैं कैं नहीं हटी। आखो सतनाम श्री वाहिगुरू। तुसीं सारे चुप कर जाओ। जे तुसीं जाना जाओ, मेरे कोल तां 5 बंदे छड्ड दो, मैनूं इकट्ठ की लोड़ नहीं हुंदी। मैं गुरु साहब ने आनंदपुर साहब इकट्ठ किया सी, कितना इकट्ठ होया सी। ते जदों महाराज कहंदे लियाओ सीस, जिन्ने लंगर छकण वाले सी पहलां भज्जे। आखो सतनाम श्री वाहिगुरू। ये कट कुट ना देखिया करो। मैं तो प्रबंधकां नूं बेनती करदा भी जदों सद्दा पत्र देना संगत नूं ना बेनती करके लिया करो भी जे तुसीं बैठना है, रौला नहीं पाउणा, तां चलो, नहीं घरे ठीक हो। आखो सतनाम श्री वाहिगुरू। जे होवे ना खुशियां दा मेला होवे, उत्थे गल चल जांदी है। मैनूं तां समझ नहीं आउंदी तुसीं आए किहड़ी याद दे विचों कैं 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 होई जांदी है। की है तुसीं की बनाया है? कीर्तन करते हैं, गुरु साहब की हजूरी च बैठे हैं। 2 पैसे का जज होवे ना, उहदी हजूरी च खड़ा होवे बंदा कन्न ते खाज नहीं कर सकदा। आखो सतनाम श्री वाहिगुरू। ते तुसीं क्या बात हो गई यार। तुसीं मेरियां सत्कारयोग भैणां, सत्कारयोग बीबियां, तुसीं अपने बच्चों को इन्ना प्यार करदियां। कलगीधर दे पुत्त नहीं सी? नहीं बैठना तुसीं चले जाओ, मैनू कोई लोड़ नहीं है इकट्ठ दी। गुरु साहब की हजूरी दे विच 5 ही बहुत होंदे ने। आखो सतनाम श्री वाहिगुरू। अद्धा घंटा कीर्तन करना, अद्धा घंटा तुसीं कैं कैं करी। मेरा सारा ध्यान ही नहीं लग रहा जो मैं कीर्तन शुरू किया। 4 उधर नूं उठ गया, अद्धियां तो चुगलियां ही करी जांदियां। हद हो गई। गुरु साहब की खुशी ना इकट्ठ देख के होनी है, ना मेरे कीर्तन ते होनी है, ना वधिया जथे बुला के होनी है। जिन्ना देर तक बचन नहीं मनते खुशी नहीं होनी। आखो सतनाम श्री वाहिगुरू। दुनिया की वाह वाह खट सकते हैं आपां। जिहड़े ज्ञानी लोग ने वाह वाह कर देणगे, तुहाडीआं पिट्ठां थापड़ देणगे, पर जे तुसीं गुरु नूं नहीं खुश कर सके तो फिर की फायदा। आखो सतनाम श्री वाहिगुरू। गुरु साहब की हजूरी च बैठना सिखो। सब तो वड्डी गल यह हुंदी है, कोई 5-4 प्यारे गुरमुख मैनू बहुत प्यार करती है तुहाडे विचों संगत, वो आनंद लै रहे ने ते तुसीं अपना ही आवाज़ स्टेज तक आउंदी है। रहो विचार। गंगू ब्राह्मण का मन बेईमान होया। आ जिन्हां दे नाल आपां ज़्यादा ही प्यार करते हैं ना, ज़्यादा ही
ਇਹਨਾਂ ਨੇ ਇੱਕ ਘੜੀ ਨਹੀਂ ਰੱਖਣਾ ਤੁਹਾਨੂੰ ਘਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ 4 ਵਜੇ ਕੋਈ ਸਰੀਰ ਛੱਡ ਗਿਆ 6 ਵਜੇ ਨੂੰ ਕੰਮ ਨਿਪਟਾ ਦੇਣਾ ਉਹਦਾ। ਆਖੋ ਸਤਨਾਮ। ਗੁਰੂ ਦੀ ਹਜ਼ੂਰੀ ਜਾ ਕੇ ਗੁਰੂ ਸਾਹਿਬ ਦੀ ਕੋਈ ਆਪਾਂ ਖੁਸ਼ੀ ਲੈਣੀ ਹੈ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਣੀਆਂ ਨੇ। ਮੈਂ ਇਸੇ ਕਰਕੇ ਪ੍ਰਬੰਧਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਨਾ ਬੁਲਾਇਆ ਕਰੋ। ਮੇਰਾ ਸਿਰਫ ਕੀਰਤਨ ਨਾਲ ਪਿਆਰ ਹੈ, ਮੈਨੂੰ ਮਾਇਆ ਮੂਇਆ ਦੀ ਲੋੜ ਨਹੀਂ ਹੈ। ਜਦੋਂ ਰੌਲਾ ਹੀ ਪਈ ਜਾਂਦਾ ਹੈ, ਹਾਂ ਠੀਕ ਆ, ਜਿਨ੍ਹਾਂ ਨੂੰ ਮਾਇਆ ਦੀ ਲੋੜ ਹੋਊ ਕਹਿੰਦੇ ਨਹੀਂ ਹੋਣਗੇ ਤੁਹਾਨੂੰ ਵੀ ਚੁੱਪ ਕਰੋ, ਜੇ ਉਹਨਾਂ ਨੇ ਆਪਦਾ ਵਜਾਉਣਾ ਗਾਉਣਾ ਤੇ ਆਪਦੇ ਪੈਸੇ ਲੈ ਕੇ ਤਿੱਤਰ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀਰਤਨ ਹੈ ਗੁਰੂ ਦੇ ਨਾਲ ਜੁੜ ਜਾਣਾ। ਕਿਸੇ ਜੁੜੇ ਹੋਏ ਨੂੰ ਤੁਸੀਂ ਤਾਂ ਤੋੜ ਰਹੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਤੇ ਇੰਨਾ ਸੌਖਾ ਕੀਰਤਨ, ਇੰਨੀਆਂ ਸੌਖੀਆਂ ਧਾਰਨਾ, ਤੁਸੀਂ ਤਾਂ ਗੱਜ ਵੱਜ ਕੇ ਇੰਨਾ ਬੋਲੋ ਲੋਕਾਂ ਨੂੰ ਪਤਾ ਲੱਗ ਜੇ। ਕਲਗੀਧਰ ਖੁਸ਼ ਹੋ ਜਾਣ ਵੀ ਮੇਰੇ ਪੁੱਤਰਾਂ ਦੀ ਯਾਦ ਦੇ ਵਿੱਚ ਸ਼ਬਦ ਪੜ੍ਹ ਰਹੀਆਂ ਨੇ ਬੀਬੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕਲਗੀਧਰ ਪਾਤਸ਼ਾਹ ਜੇ ਤੁਸੀਂ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਕਿਆਂ ਦੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸ਼ਬਦ ਬੋਲ ਦੋ ਨਾ, ਕਲਗੀਧਰ ਪਾਤਸ਼ਾਹ ਇੱਥੇ ਹੀ ਪ੍ਰਗਟ ਹੋ ਜਾਣਗੇ। ਸਰਸਾਂ ਤੇ ਵਿਛੜ ਗਏ ਕਲਗੀਧਰ ਦੇ ਲਾਲ ਪਿਆਰੇ। ਸਰਸਾਂ ਤੇ ਵਿਛੜ ਗਏ ਕਲਗੀਧਰ ਦੇ ਲਾਲ ਪਿਆਰੇ। ਸਰਸਾਂ ਤੇ ਕਲਗੀਧਰ ਦੇ ਲਾਲ ਪਿਆਰੇ। ਬੋਲੋ ਭੈਣੋ, ਬੋਲੋ ਸਾਰੇ। ਸਰਸਾਂ ਤੇ ਵਿਛੜ, ਬੋਲੋ ਮੇਰੀ ਭੈਣੋ, ਪਤਾ ਲੱਗੇ ਸਟੇਜ ਤੱਕ ਆਵੇ ਆਵਾਜ਼। ਕਲਗੀਧਰ ਮਹਾਰਾਜ ਦੀਆਂ ਖੁਸ਼ੀਆਂ ਹੋਣਗੀਆਂ ਉਹਨਾਂ ਪਰਿਵਾਰਾਂ ਤੇ ਜਿਹੜੇ ਬੋਲਣਗੇ। ਸਰਸਾਂ ਤੇ ਵਿਛੜ ਗਏ ਕਲਗੀਧਰ ਦੇ ਲਾਲ ਪਿਆਰੇ। ਸਰਸਾਂ ਤੇ ਵਿਛੜ ਗਏ ਕਲਗੀਧਰ ਦੇ ਲਾਲ ਪਿਆਰੇ। ਸਰਸਾਂ ਤੇ ਕਲਗੀਧਰ ਦੇ ਲਾਲ ਪਿਆਰੇ। ਚਲੋ ਇਉਂ ਕਰੋ, ਨਹੀਂ ਗੱਲ ਬਣਦੀ, ਮੇਰੀ ਵੀ ਇਕਾਗਰਤਾ ਬਹੁਤ ਭੰਗ ਹੋ ਗਈ। ਤੁਸੀਂ 5 ਮਿੰਟ ਨਾ ਵਾਹਿਗੁਰੂ ਦਾ ਜਾਪ ਹੀ ਕਰ ਲਓ ਸਾਰੀ ਆਵਾਜ਼ ਦੇ ਵਿੱਚ। ਹੁਣ ਮੈਂ ਸਮਾਪਤੀ ਕਰ ਦੇਣਾ ਪਹਿਲਾਂ ਹੀ। ਅੱਜ ਆਨੰਦ ਹੀ ਨਹੀਂ ਬਣਿਆ, ਇੰਨਾ ਰੌਲਾ ਪਿਆ, ਇੰਨਾ ਕਲਯੁਗ ਆਇਆ ਇੱਥੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਮੈਂ ਸਤਨਾਮ ਸਾਰੀ ਸੰਗਤ ਹੱਥ ਜੋੜ ਕੇ ਬੇਨਤੀ ਹੈ, ਸਤਨਾਮ ਵਾਹਿਗੁਰੂ ਦਾ ਜਾਪ ਕਰੋ ਕਲਗੀਧਰ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਬੋਲੋ ਭੈਣੋ, ਹੁਣ ਪਤਾ ਲੱਗਿਆ ਵੀ ਸਮਾਗਮ 'ਚ ਬੈਠੀ ਹੋ ਤੁਸੀਂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਬੋਲੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਬੋਲੋ ਵਾਹਿਗੁਰੂ 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 ਵਾਹਿਗੁਰੂ
ਧਨ ਬਾਜਾਂ ਵਾਲਾ ਜੀ, ਧਨ ਬਾਜਾਂ ਵਾਲਾ ਜੀ। ਧਨ ਬਾਜਾਂ ਵਾਲਾ ਜੀ, ਧਨ ਬਾਜਾਂ ਵਾਲਾ ਜੀ। ਬੋਲੋ। ਧਨ ਮੇਰਾ ਕਲਗੀਆਂ ਵਾਲਾ ਜੀ, ਧਨ ਮੇਰਾ ਕਲਗੀਆਂ ਵਾਲਾ ਜੀ। ਧਨ ਮੇਰਾ ਕਲਗੀਆਂ ਵਾਲਾ ਜੀ, ਧਨ ਮੇਰਾ ਕਲਗੀਆਂ ਵਾਲਾ ਜੀ। ਧਨ ਮੇਰਾ ਬਾਜਾਂ ਵਾਲਾ ਜੀ, ਧਨ ਮੇਰਾ ਬਾਜਾਂ ਵਾਲਾ ਜੀ। ਧਨ ਮੇਰਾ ਬਾਜਾਂ ਵਾਲਾ ਜੀ, ਧਨ ਮੇਰਾ ਬਾਜਾਂ ਵਾਲਾ ਜੀ। ਪੜੋ, ਦੇਖੋ ਕੀ ਆਨੰਦ ਵਰਤ ਰਿਹਾ ਹੁਣ। ਹਾਂ ਭੈਣੋ, ਐਦਾਂ ਹੀ ਇਕਾਗਰਤਾ ਬਣਾ ਕੇ ਰੱਖਿਓ 15 ਮਿੰਟ। ਹੁਣ ਮੈਨੂੰ ਪਤਾ ਲੱਗ ਗਿਆ ਵੀ ਜਦੋਂ ਮੈਂ ਅੱਗੇ ਤੋਂ ਕੀਰਤਨ ਕਰਨਾ ਤੁਹਾਨੂੰ ਚੁੱਪ ਕਿਵੇਂ ਕਰਾਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਅੱਗੇ ਜਾਪ ਹੀ ਕਰਾਇਆ ਕਰਾਂਗੇ ਤੁਹਾਨੂੰ। ਆਓ 15 ਮਿੰਟ ਧਿਆਨ ਦਿਓ ਬਸ ਸਾਰਾ ਹੀ। ਗੰਗੂ ਬ੍ਰਾਹਮਣ ਸੇਵਾ ਕਰਦਾ ਕਰਦਾ ਬੇਈਮਾਨ ਹੋਇਆ। ਮਾਤਾ ਜੀ ਦੀ ਖੁਰਜੀ, ਆਏ ਹਾਏ ਹਾਏ, ਸੱਚੇ ਪਾਤਸ਼ਾਹ ਕੇ ਮਹਾਂਪੁਰਸ਼ਾਂ ਨੇ ਪੜ੍ਹੀ ਸੀ ਧਾਰਨਾ। ਗੰਗੂ ਉੱਠ ਉੱਠ ਕੇ ਦੇਖਦਾ ਕਦੋਂ ਖੁਰਜੀ ਚੱਕਾਂ, ਕਦੋਂ ਮਾਤਾ ਜੀ ਸੌਂ ਜਾਣ। ਉਹ ਭਲਿਆ ਲੋਕਾ, ਉਹਨੂੰ ਨੀਂਦ ਕਿਵੇਂ ਆਵੇ ਜਿਹਦਾ ਵਿਛੜ ਗਿਆ ਪਰਿਵਾਰ। ਉਹਨੂੰ ਨੀਂਦ ਕਿਵੇਂ ਆਵੇ ਜਿਹਦਾ ਵਿਛੜਿਆ ਪਰਿਵਾਰ। ਉਹਨੂੰ ਨੀਂਦ ਕਿਵੇਂ ਆਵੇ ਜਿਹਦਾ ਵਿਛੜ ਗਿਆ ਪਰਿਵਾਰ। ਉਹਨੂੰ ਨੀਂਦ ਕਿਵੇਂ, ਉਹਨੂੰ ਨੀਂਦ ਕਿਵੇਂ ਆਵੇ ਜਿਹਦਾ, ਉਹਨੂੰ ਨੀਂਦ ਕਿਵੇਂ ਆਵੇ ਜਿਹਦਾ ਵਿਛੜ ਗਿਆ ਪਰਿਵਾਰ। ਨੀਂਦ ਕਿਵੇਂ ਆਵੇ ਜਿਹਦਾ ਵਿਛੜ ਗਿਆ ਪਰਿਵਾਰ। ਉਹਨੂੰ ਨੀਂਦ ਕਿਵੇਂ ਆਵੇ ਜਿਹਦਾ ਵਿਛੜ ਗਿਆ ਪਰਿਵਾਰ। ਜਿਹਦਾ ਪਰਿਵਾਰ ਦਾ ਵਿਛੜਾ ਵਿਛੋੜਾ ਪੈ ਗਿਆ ਹੋਵੇ, ਉਹਨੂੰ ਨੀਂਦ ਆਉਂਦੀ ਹੈ ਸਾਧ ਸੰਗਤ? ਮਾਤਾ ਜੀ ਕਦੇ ਨੇਤਰ ਬੰਦ ਕਰ ਲੈਂਦੇ, ਨੇਤਰ ਖੋਲਦੇ ਐ। ਅੰਮ੍ਰਿਤ ਵੇਲਾ ਹੋਣ ਲੱਗਿਆ, ਅੱਧੀ ਕੁ ਰਾਤ ਦਾ ਸਮਾਂ, ਕਿਸੇ ਅਗੰਮੀ ਆਨੰਦ ਦੇ ਵਿੱਚ ਮਾਤਾ ਜੀ ਨੇ ਨੇਤਰ ਬੰਦ ਕੀਤੇ। ਸਾਹਿਬਜ਼ਾਦਾ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਸੱਜੇ ਤੇ ਖੱਬੇ ਲਈ ਪਈ ਹੈ ਦਾਦੀ ਮਾਂ। ਇਹਨੇ ਗੰਗੂ ਪਾਪੀ ਨੇ ਕੀ ਕੀਤਾ? ਉਹ ਮਾਤਾ ਜੀ ਦੀ ਰਾਤ ਨੂੰ ਖੁਰਜੀ ਚੱਕ ਲਈ, ਲਕੋ ਲਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੇ ਖੁਰਜੀ ਲਕੋਈ। ਅੰਮ੍ਰਿਤ ਵੇਲਾ ਹੋਇਆ, ਬਾਣੀ ਪੜ੍ਹੀ, ਸਾਹਿਬ ਦੇ ਲਾਲਾ ਨੇ ਬਾਣੀ ਸੁਣੀ। ਮਾਤਾ ਜੀ ਨੇ ਹੱਥ ਮਾਰਿਆ, ਖੁਰਜੀ ਨਜ਼ਰ ਨਹੀਂ ਆਈ। ਗੰਗੂ, ਇੱਥੇ ਖੁਰਜੀ ਰੱਖੀ ਸੀ, ਆਪਾਂ ਪੁੱਛ ਹੀ ਲੈਂਦੇ ਆ ਘਰ ਦੇ ਵਿੱਚ। ਆਪਣੇ ਘਰ 'ਚ ਕੋਈ ਚੀਜ਼ ਰੱਖੀ ਹੈ, ਆਪਾਂ ਨੂੰ ਨਾ ਲੱਭੇ, ਆਪਾਂ ਆਪਣੇ ਪਰਿਵਾਰ ਨੂੰ ਪੁੱਛਦੇ ਆ ਵੀ ਇੱਥੇ ਰੱਖੀ ਸੀ ਮੈਂ ਚੀਜ਼ ਭਾਈ। ਮਾਤਾ ਜੀ ਕਹਿੰਦੇ ਗੰਗੂ ਇੱਥੇ ਖੁਰਜੀ ਪਈ ਸੀ। ਬਸ ਕਹਿੰਦਾ ਇੱਕ ਤਾਂ ਤੁਹਾਨੂੰ ਮੈਂ ਪ੍ਰਸ਼ਾਦਾ ਛਕਾਵਾਂ, ਇੱਕ ਨਾਲ ਲੈ ਕੇ ਆਵਾਂ, ਮੁਗਲ ਹਕੂਮਤ ਸ਼ਾਹੀ ਫੌਜਾਂ ਤੋਂ ਬਚਾਵਾਂ। ਉੱਤੇ ਦੀ ਤੁਸੀਂ ਮੈਨੂੰ ਚੋਰ ਦਾ ਇਲਜ਼ਾਮ ਲਾ ਕੇ, ਚੋਰੀ ਦਾ ਇਲਜ਼ਾਮ ਲਾ ਕੇ ਚੋਰ ਬਣਾਉਂਦੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਜੀ ਕਹਿੰਦੇ ਚੋਰ ਨਹੀਂ ਬਣਾਉਂਦੇ, ਤੈਨੂੰ ਪੁੱਛਿਆ ਤੈਨੂੰ ਕਿਹਾ ਤੂੰ ਚੋਰ ਹੈ? ਕਹਿੰਦਾ ਮੈਂ ਨਹੀਂ ਤੁਹਾਡੀ ਗੱਲ ਸੁਣਨੀ, ਮੈਂ ਤਾਂ ਮਰਿੰਡੇ ਥਾਣੇਦਾਰ ਨੂੰ ਸ਼ਿਕਾਇਤ ਕਰੂੰ। ਇਨ ਮਾਇਆ ਜਗਦੀਸ਼ ਕੇ ਸਾਈਂ ਤੁਮਰੇ ਚਰਨ ਬਸਾਰੇ। ਇੱਕ ਇੱਕ ਸ਼ਬਦ ਦੀ ਧਾਰਨਾ ਪੜ੍ਹੀ ਜਾਓ ਨਾਲ ਦੀ ਨਾਲ। ਮਾਤਾ ਜੀ ਨੇ ਬੜਾ ਸਮਝਾਇਆ, ਗੰਗੂ ਐਡਾ ਵੱਡਾ ਜ਼ੁਲਮ ਨਾ ਕਮਾ। ਤੂੰ ਕਿਤੇ ਬਾਣੀ ਸੁਣੀ ਨਹੀਂ ਗੁਰੂ ਘਰ ਦੀ? ਅਨ ਕੈ ਰਾਤੜਿਆਂ ਬਾੜ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ। ਰਾਮ ਇਹ ਮਾਇਆ ਧਾਰੀ ਅਤੰਨਾ ਬੋਲਾ। ਮਾਇਆ ਨੇ ਇੰਨਾ ਪ੍ਰਭਾਵ ਪਾਤਾ, ਗੰਗੂ ਇੰਨਾ ਹੋ ਗਿਆ। ਮਾਇਆ ਨੇ ਪ੍ਰਭਾਵ ਪਾਤਾ, ਗੰਗੂ ਬੋਲਾ ਹੋ ਗਿਆ। ਮਹਾਂਪੁਰਸ਼ ਪੜ੍ਹਦੇ ਹੁੰਦੇ, ਇਹ ਮਾਇਆ ਮੋਣੀ ਮੋਣੀ ਨੇ, ਮਾਇਆ ਮੋਣੀ ਮੋਣੀ ਨੇ। ਗੰਗੂ ਪਾਗਲ ਕਰਤਾ ਮਾਇਆ ਮੋਣੀ ਮੋਣੀ ਨੇ, ਮਾਇਆ ਮੋਣੀ ਮੋਣੀ ਨੇ। ਭਾਈ ਗੰਗੂ ਪਾਗਲ ਕਰਤਾ ਮਾਇਆ ਮੋਣੀ ਮੋਣੀ ਨੇ, ਮਾਇਆ ਮੋਣੀ ਮੋਣੀ ਨੇ।
ਮਾਇਆ, ਇਹ ਮਾਇਆ ਪਾਗਲ ਕਰਤਾ, ਬੋਲਾ ਹੋ ਗਿਆ, ਅੰਨਾ ਹੋ ਗਿਆ। ਸੱਚ ਨੂੰ ਦੇਖਣਾ, ਦੇਖਦਾ ਹੈ ਸਾਹਮਣੇ ਸੱਚ ਹੈ ਪਰ ਸੱਚ ਨੂੰ ਸੁਣਦਾ ਨਹੀਂ ਹੈ, ਦੇਖਦਾ ਹੈ ਪਰ ਸੱਚ ਦਿਸਦਾ ਨਹੀਂ ਹੈ। ਮਰਿੰਡੇ ਜਾ ਕੇ ਚੌਧਰੀ ਨੂੰ ਨਾਲ ਲੈ ਕੇ ਕਰੀ ਸ਼ਿਕਾਇਤ। ਜਾਨੀ ਖਾਂ ਤੇ ਮਾਨੀ ਖਾਂ ਸਿਪਾਹੀ ਲੈ ਕੇ ਆਏ ਨਾਲ, ਪੁਲਿਸ ਨਾਲ ਆਈ, ਘੇਰਾ ਪੈ ਗਿਆ। ਸਾਹਿਬ ਦੇ ਲਾਲਾਂ ਨੂੰ ਕਿਤੇ ਸਫੋਜ ਕਰਕੇ, ਕਿਤੇ 5-7 ਮਿੰਟ ਜ਼ਿੰਦਗੀ ਦੇ ਕੱਢ ਕੇ ਚੌਂਕੜਾ ਮਾਰ ਕੇ, ਨਹੀਂ ਚੌਂਕੜਾ ਲੱਗਦਾ ਉੱਦਾਂ ਹੀ ਬਹਿ ਕੇ ਕਿਤੇ ਕਲਗੀਧਰ ਦੇ ਉਹ ਸਮੇਂ ਨੂੰ ਯਾਦ ਕਰਿਆ ਕਰੋ। 5 ਸਾਲ 7 ਸਾਲ ਦੇ ਬੱਚੇ ਸਾਹਮਣੇ ਬੈਠੇ ਹੋਣ ਆਪਣੇ, ਤੇ ਆ ਕੇ ਪੁਲਿਸ ਦੀ ਵਰਦੀ 'ਚ ਆ ਕੇ ਲੋਕ ਆਪਣੇ ਬੱਚਿਆਂ ਨੂੰ ਲਾ ਦੇਣ ਹੱਥਾਂ ਵਿੱਚ ਹੱਥ ਕੜੀਆਂ, ਪੈਰਾਂ ਵਿੱਚ ਪਾ ਦੇਣ ਬੇੜੀਆਂ, ਤੇ ਆਪਣੇ ਦਿਲ ਤੇ ਕੀ ਬੀਤੂਗੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਦੇ ਲਾਲਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਲਾਈਆਂ ਭਾਈ, ਪੈਰਾਂ ਵਿੱਚ ਬੇੜੀਆਂ ਪਾਈਆਂ। 5 ਤੇ 7 ਸਾਲ ਦੀਆਂ ਉਮਰਾਂ, ਦਾਦੀ ਮਾਂ ਦੇ ਹੱਥ ਕੜੀਆਂ ਲਾ ਦਿੱਤੀਆਂ, ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ। ਮੁਰਿੰਡੇ ਲੈ ਕੇ ਗਏ, ਮੁਰਿੰਡੇ ਰਾਤ ਰੱਖਿਆ, ਵਜੀਦੇ ਨਾਲ ਸੰਪਰਕ ਕੀਤਾ। ਵਜੀਦਾ ਕਹਿੰਦਾ ਇਹਨਾਂ ਨੂੰ ਸਰਹੰਦ ਲੈ ਕੇ ਆਓ। ਗੱਡਿਆਂ ਤੇ ਬਿਠਾਏ, ਆਲੇ ਦਾਲੇ ਸਖਤ ਪਹਿਰੇ ਲਾਏ, ਸਰਹੰਦ ਵੱਲ ਨੂੰ ਚਾਲੇ ਪਾ ਦਿੱਤੇ। ਪਰ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ, ਕਿਤੇ ਮੇਰੀ ਉਹ ਭੈਣੋ, ਆਪਣੇ 5 ਸਾਲ ਦੇ ਬੱਚਿਆਂ ਨੂੰ ਗੋਦੀ 'ਚ ਬਿਠਾ ਕੇ ਚੌਪਈ ਸਾਹਿਬ ਦਾ ਪਾਠ ਹੀ ਕਰ ਲਿਆ ਕਰੋ। ਆਪਣੇ ਬੱਚਿਆਂ ਨੂੰ ਗੋਦੀ 'ਚ ਬਿਠਾ ਕੇ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ। ਆਪਣੇ 5 ਸਾਲ ਦੇ ਬੱਚਿਆਂ ਨੂੰ ਗੋਦੀ 'ਚ ਬਿਠਾ ਕੇ 5 ਮਿੰਟ ਸਤਨਾਮ ਵਾਹਿਗੁਰੂ ਦਾ ਹੀ ਜਾਪ ਕਰ ਲਿਆ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਦੀ ਮਾਂ ਨੇ ਨਾਲੇ ਗੱਡਿਆਂ ਤੇ ਬੈਠੇ, ਦਾਦੀ ਮਾਂ ਆਪਾਂ ਨੂੰ ਕਿੱਥੇ ਲੈ ਕੇ ਚੱਲੇ ਨੇ? ਬੇਟਾ ਇਹ ਤਾਂ ਹੁਣ ਕਰਤਾਰ ਦੇ ਉੱਪਰ ਹੈ, ਜਿੱਥੇ ਲੈ ਜਾਵੇ ਕਰਤਾਰ ਉੱਥੇ ਨੂੰ ਆਪਾਂ ਜਾਵਾਂਗੇ, ਉੱਥੇ ਨੂੰ ਆਪਾਂ ਜਾਵਾਂਗੇ। ਜਿੱਥੇ ਲੈ ਜਾਵੇ ਕਰਤਾਰ, ਜਿੱਥੇ ਲੈ ਜਾਵੇ ਕਰਤਾਰ, ਉੱਥੇ ਨੂੰ ਆਪਾਂ, ਉੱਥੇ ਨੂੰ ਆਪਾਂ ਜਾਵਾਂਗੇ। ਜਿੱਥੇ ਲੈ ਜਾਵੇ ਉੱਥੇ ਨੂੰ, ਉੱਥੇ ਨੂੰ। ਭਾਣਾ ਮੰਨੋ ਬੱਚਿਓ, ਸਫ਼ਰ ਪੈਂਡਾ ਤੈਅ ਹੁੰਦਾ ਹੈ। ਲੋਕ ਗੱਲਾਂ ਕਰਦੇ ਨੇ, ਇੰਨੇ ਸੋਹਣੇ ਸੁਨੱਖੇ ਕਲਗੀਧਰ ਬਾਜਾਂ ਵਾਲੇ ਦੇ ਪੁੱਤਰ, ਇਹ ਕੌਣ? ਕਿਸੇ ਰਾਜਕੁਮਾਰ ਦੇ ਲੜਕੇ ਬੇਟੇ ਜਾਂਦੇ, ਨਾਲ ਇੱਕ ਬਿਰਧ ਮਾਤਾ ਹੈ। ਸਮਝ ਨਹੀਂ ਆਉਂਦੀ ਲੋਕਾਂ ਨੂੰ ਕੌਣ ਨੇ, ਪਰ ਜਿਨ੍ਹਾਂ ਨੇ ਕਿਤੇ ਆਨੰਦਪੁਰ ਸਾਹਿਬ ਦਰਸ਼ਨ ਕੀਤੇ, ਉਹਨਾਂ ਨੇ ਸੁਨੇਹਾ ਦਿੱਤਾ, ਪਿਆਰ ਵਾਲੇ ਸਖੀਓ, ਇਹ ਕਿਸੇ ਰਾਜਕੁਮਾਰ ਦੇ ਪੁੱਤਰ ਨਹੀਂ, ਇਹ ਧੰਨ ਗੁਰੂ ਕਲਗੀਧਰ ਮਹਾਰਾਜ ਆਨੰਦਪੁਰ ਸਾਹਿਬ ਵਾਸੀ ਦੇ ਛੋਟੇ ਲਾਲ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜ਼ੁਲਮ ਦੀ ਇੰਤਹਾ ਹੋ ਗਈ, ਜ਼ੁਲਮ ਦੀ ਐਸੀ ਹਨੇਰੀ ਕਿਸੇ ਨੂੰ ਪੁੱਛਿਆ ਨਹੀਂ ਜਾ ਸਕਦਾ। ਰਾਜੇ ਸ਼ੀ ਮੁਕੱਦਮ ਕੁੱਤਿਆਂ ਵਾਲੀ ਹਾਲਤ ਹੋਈ ਪਈ ਹੈ। ਸਾਧ ਸੰਗਤ ਜੀ, ਪੈਂਡਾ ਤੈਅ ਹੁੰਦਾ ਗਿਆ। ਸਰਹੰਦ ਦੀਆਂ ਉੱਚੀਆਂ ਉੱਚੀਆਂ ਹਵੇਲੀਆਂ ਦਿਸਦੀਆਂ ਨੇ। ਸਾਹਿਬਜ਼ਾਦੇ ਮਾਤਾ ਜੀ ਨੂੰ ਪੁੱਛਦੇ, ਮਾਤਾ ਜੀ ਇਹ ਆਪਾਂ ਨੂੰ ਕਿੱਥੇ ਲੈ ਕੇ ਚੱਲੇ ਨੇ? ਆ ਸਾਹਮਣੇ ਬਹੁਤ ਵੱਡੀਆਂ ਵੱਡੀਆਂ ਹਵੇਲੀਆਂ ਨਜ਼ਰ ਆਉਂਦੀਆਂ ਨੇ। ਦਾਦੀ ਮਾਂ ਕਹਿੰਦੀ, ਪੁੱਤਰ ਇਹ ਆਨੰਦਪੁਰ ਵਰਗਾ ਹੀ ਲੱਗਦਾ ਹੈ। ਨਹੀਂ ਬੇਟਾ, ਆਨੰਦਪੁਰ ਨਹੀਂ ਹੈ ਇਹ। ਫਿਰ ਕਿੱਥੇ ਲੈ ਆਏ? ਦਾਦੀ ਮਾਂ ਘੁਲਟ ਕੇ ਗਲਵੱਕੜੀ ਪਾਉਂਦੀ ਹੈ, ਨਾਲੇ ਕਹਿੰਦੀ ਹੈ, ਬੇਟਾ ਇਹ ਤਾਂ ਦਿੰਦੀਆਂ ਸਰਹੰਦ ਦੀਆਂ ਟਾਰੀਆਂ, ਆਨੰਦਪੁਰ ਦੂਰ ਰਹਿ ਗਿਆ। ਇਹ ਤਾਂ ਦਿੰਦੀਆਂ ਸਰਹੰਦ ਦੀਆਂ, ਆਨੰਦਪੁਰ ਦੂਰ ਰਹਿ ਗਿਆ। ਆਨੰਦਪੁਰ ਦੂਰ, ਆਨੰਦਪੁਰ ਦੂਰ ਰਹਿ ਗਿਆ। ਇਹ ਤਾਂ ਦੀਦੀਆਂ ਸਰਹੰਦ ਦੀਆਂ ਟਾਰੀਆਂ, ਸਰਹੰਦ ਦੀਆਂ ਟਾਰੀਆਂ, ਆਨੰਦਪੁਰ ਦੂਰ ਰਹਿ ਗਿਆ।
ਇਹ ਤਾਂ ਦੀਦੀਆਂ ਸਰਹੰਦ ਦੀਆਂ ਆਨੰਦਪੁਰ ਦੂਰ ਰਹਿ ਗਿਆ। ਆਨੰਦਪੁਰ ਦੂਰ ਰਹਿ ਗਿਆ। ਆਨੰਦਪੁਰ ਦੂਰ। ਇਹ ਤਾਂ ਸਰਹੰਦ ਹੈ, ਸਰਹੰਦ। ਗੁਰੂ ਮਾਰੀ ਸਰਹੰਦ ਜਿਹਨੂੰ ਆਪਾਂ ਕਹਿੰਦੇ ਸੀ। ਸਾਧ ਸੰਗਤ ਜੀ, ਠੰਡੜੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ। ਬਿਲਕੁਲ ਮੈਂ ਸੰਖੇਪ ਦੇ ਵਿੱਚ ਸਮੇਂ ਸਮਾਪਤੀ ਕਰ ਦੇਣੀ ਹੈ। ਠੰਡੜਾ ਬੁਰਜ, ਚਾਰੇ ਪਾਸਿਓਂ ਸਰਦ ਹਵਾਵਾਂ। ਇਤਿਹਾਸ ਦੱਸਦਾ ਇਸ ਠੰਡੜੇ ਬੁਰਜ ਦੇ ਥੱਲੇ ਦੀ ਨਦੀ ਚੱਲਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਣੀ ਚੱਲਦਾ ਸੀ ਥੱਲੇ ਦੀ। ਚਾਰੇ ਪਾਸਿਓਂ ਸਰਦ ਹਵਾਵਾਂ। ਫਰਮਾਨ, ਜਿਹੜਾ ਇਹਨਾਂ ਨੂੰ ਜਲ ਪਾਣੀ ਛਕਾਊ, ਜਿਹੜਾ ਇਹਨਾਂ ਦੀ ਮਦਦ ਕਰੂ, ਉਹਨੂੰ ਸਮੇਤ ਪਰਿਵਾਰ ਕੋਲੂ 'ਚ ਪੀੜ ਦਿਆਂਗੇ। ਸਿੱਖੀ ਕਿਤੇ ਗੱਲਾਂ ਨਾਲ ਮਿਲੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲਾਂ ਨਾਲ ਮਿਲੀ ਹੈ ਸਿੱਖੀ। ਸਿੱਖੀ ਤਾਂ ਸਿਰ ਦੇ ਕੇ ਮਿਲੀ ਹੈ। ਸਿੱਖੀ ਦਾ ਪਹਿਲਾ ਹੀ ਅਸੂਲ ਗੁਰੂ ਨੇ ਕਿਹਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਮਨ ਕੀ ਰੇਣ ਕਾ ਤੋ ਆਓ ਹਮਾਰੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤੜੀਜੈ ਸਿਰ ਦੀਜੈ। ਇਹ ਤਾਂ ਪਹਿਲਾਂ ਕੈਦ ਕਰ ਦਿੱਤੇ। ਚਲੋ ਰਹੋ ਵਿਚਾਰ। ਉੱਥੇ ਵਜੀਦੇ ਦੇ ਪਾਸ 2 ਲੰਗਰ ਸੀ। ਇਤਿਹਾਸ ਦੱਸਦਾ ਹੈ, ਇੱਕ ਹਿੰਦੂਆਂ ਵਾਸਤੇ ਹੁੰਦਾ ਸੀ, ਇੱਕ ਮੁਸਲਮਾਨਾਂ ਵਾਸਤੇ ਹੁੰਦਾ ਸੀ। ਜਿਹੜਾ ਹਿੰਦੂਆਂ ਦਾ ਲੰਗਰ ਸੀ ਉਹਦੇ ਵਿੱਚ ਮੋਤੀ ਮਹਿਰਾ ਸੀ। ਮੋਤੀ ਮਹਿਰਾ ਗੁਰੂ ਦਾ ਸ਼ਰਧਾਲੂ ਆਪਣੀ ਘਰਵਾਲੀ ਨੂੰ ਕਹਿੰਦਾ, ਭਾਗਵਾਨੇ ਮੈਥੋਂ ਕਲਗੀਧਰ ਦੇ ਲਾਲ ਭੁੱਖੇ ਨਹੀਂ ਦੇਖੇ ਜਾ ਸਕਦੇ। ਮੈਂ ਸੇਵਾ ਕਰਨੀ ਚਾਹੁੰਦਾ। ਐਵੇਂ ਨਹੀਂ ਸੇਵਾ ਹੁੰਦੀ। ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਵਾਲਾ। ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਦਾ। ਪੜ੍ਹ ਲਓ ਫਿਰ ਸਮਾਪਤੀ ਹੈ। ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਵਾਲਾ। ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਵਾਲਾ। ਡੇਰਾ ਨਹੀਂ ਜਿੰਦੇ, ਡੇਰਾ ਨਹੀਂ ਜਿੰਦੇ ਸਿਰ ਤੋਂ, ਡੇਰਾ ਨਹੀਂ ਜਿੰਦੇ ਸਿਰ ਤੋਂ। ਸਿਰ ਦੇਣਾ ਪੈਂਦਾ। ਘਰ ਵਾਲੀ ਕਹਿੰਦੀ, ਪਤੀ ਜੀ ਜਿਵੇਂ ਤੁਹਾਡੀ ਇੱਛਾ, ਮੈਂ ਤੁਹਾਡੇ ਨਾਲ ਹਾਂ। ਇਤਿਹਾਸ ਇਹ ਵੀ ਦੱਸਦਾ ਹੈ ਵੀ ਜੋ ਵੀ ਗਹਿਣੇ ਗੱਟੇ ਸਨ ਸਾਰੇ ਇਕੱਠੇ ਕੀਤੇ। ਜਿਹੜੇ ਪਹਿਰੇ ਤੇ ਲੱਗੇ ਉਹਨਾਂ ਨੂੰ ਰਿਸ਼ਵਤ ਦਿੱਤੀ। ਮੋਤੀ ਮਹਿਰਾ ਠੰਡੜੇ ਬੁਰਜ ਦੇ ਪਾਸ ਪਹੁੰਚ ਜਾਂਦਾ ਸੀ ਰਾਤ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਬਾਤ ਹੈ। ਇਹ ਹੈ ਸਿੱਖੀ। ਪਤਾ ਹੈ, ਜੇ ਪਤਾ ਲੱਗ ਗਿਆ ਸਾਰੇ ਪਰਿਵਾਰ ਨੂੰ ਕੋਲੂ 'ਚ ਪੀੜ ਦਾਂਗੇ। ਇੱਥੇ ਲੰਗਰਾਂ ਪਿੱਛੇ ਲੜੀ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਪਰਿਵਾਰ ਨੂੰ ਕੋਲੂ 'ਚ ਪੀੜ ਦਿਆਂਗੇ। ਫਿਰ ਵੀ ਸਿਰ ਤਲੀ ਤੇ ਧਰ ਕੇ ਮੋਤੀ ਮਹਿਰਾ ਠੰਡੜੇ ਬੁਰਜ ਦੇ ਕੋਲ, ਮਾਤਾ ਜੀ ਕੌਣ ਹੈ? ਮੈਂ ਆ ਮੋਤੀ ਮਹਿਰਾ। ਮੋਤੀ ਮਹਿਰੇ ਤੂੰ ਕਿਉਂ ਆਇਆ? ਲਾਲਾਂ ਨੂੰ ਭੁੱਖੇ ਨਹੀਂ ਦੇਖ ਸਕਦਾ, ਮੈਂ ਲਾਲਾਂ ਵਾਸਤੇ ਦੁੱਧ ਲੈ ਕੇ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹ ਵਾਹ ਵਾਹ। ਤੈਨੂੰ ਪਤਾ ਨਾ, ਦਾਦੀ ਮਾਤਾ ਗੁਜਰੀ ਕੌਰ ਜੀ ਕਹਿੰਦੇ, ਤੈਨੂੰ ਪਤਾ ਹੈ ਕੋਲੂ 'ਚ ਪੀੜ ਦੇਣਗੇ ਸਾਰੇ ਪਰਿਵਾਰ ਨੂੰ। ਫਰਮਾਨ ਹੈ ਇਹਨਾਂ ਲੋਕਾਂ ਦਾ। ਮੋਤੀ ਮਹਿਰਾ ਕਹਿੰਦਾ, ਦਾਦੀ ਮਾਂ ਮੈਂ ਕਲਗੀਧਰ ਦੇ ਲਾਲਾਂ ਨੂੰ ਤੇ ਆਪ ਨੂੰ ਆਪਣੀ ਰਹਿੰਦੀ ਜ਼ਿੰਦਗੀ ਜਿਉਂਦੇ ਜੀ ਭੁੱਖੇ ਨਹੀਂ ਦੇਖ ਸਕਦਾ। ਮੈਨੂੰ ਇਹ ਫਰਮਾਨ ਮਨਜ਼ੂਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਤੋਂ ਪਹਿਲਾਂ ਹੀ ਮੈਂ ਕਿਉਂ ਨਾ ਮਰ ਜਾਵਾਂ। ਦੁੱਧ ਦੀ ਸੇਵਾ ਕੀਤੀ, ਕਚਹਿਰੀ ਲੱਗੀ। ਚਲੋ ਰੋਹ ਵਿਚਾਰ ਮੈਂ ਬੜੀ ਸ਼ਾਰਟਕਟ। ਵਜੀਦੇ ਦੀ ਕਚਹਿਰੀ ਲੱਗੀ। ਲਾਲਾਂ ਨੂੰ ਲੈਣ ਆਏ। ਸਾਹਿਬ ਦੇ ਲਾਲ 5 ਤੇ 7 ਸਾਲ ਦੀਆਂ। ਧਿਆਨ ਨਾਲ ਸੁਣ ਲਿਓ ਮੇਰਾ ਬਚਨ। ਇਹ ਇਤਿਹਾਸ ਹੈ। ਜਦੋਂ ਲੈ ਕੇ ਜਾ ਰਹੇ ਸੀ ਨਾ
ਤੁਹਾਨੂੰ ਸਭ ਨੂੰ ਪਤਾ ਹੈ। ਦੇਖੋ ਇਤਿਹਾਸ ਸਭ ਨੂੰ ਪਤਾ ਹੁੰਦਾ, ਪੁਆਇੰਟ ਤੇ ਰੁਕਣਾ ਹੁੰਦਾ, ਇੱਕ ਉਹ ਤੇ ਰੋਕ ਕੇ ਉਹਦੀ ਪੜਚੋਲ ਕਰਨੀ ਹੁੰਦੀ ਹੈ। ਵੱਡਾ ਗੇਟ ਥਾਣੇ ਦਾ, ਜਿਹਨੂੰ ਆਪਾਂ ਥਾਣਾ ਕਹਿ ਦਈਏ, ਵੱਡਾ ਗੇਟ ਬੰਦ ਕਚਹਿਰੀ ਦਾ, ਛੋਟਾ ਮੋਰੀ ਗੇਟ ਖੁੱਲ੍ਹਾ ਹੈ। ਦੋਨੇ ਲਾਲ ਖੜ ਗਏ, ਦਬਕਾ ਮਾਰਦੇ ਨੇ, ਕਹਿੰਦੇ ਚੱਲੋ ਅੰਦਰ। ਸਾਹਿਬ ਦੇ ਲਾਲ ਕਹਿੰਦੇ ਦਬਕਾ ਨਾ ਮਾਰੋ, ਆਪਣੀ ਮੌਜ ਦੇ ਵਿੱਚ ਜਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਦਬਕੇ ਦੁਬਕੇ ਕੋਈ ਨਹੀਂ ਚੱਲਣੇ। ਸਾਹਿਬਜ਼ਾਦਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਦੋਨੇ ਭਰਾ ਆਪਸ ਵਿੱਚ ਗੱਲ ਕਰਦੇ ਨੇ। ਆ ਹੁਣ ਤੁਸੀਂ ਧਿਆਨ, ਮੈਂ ਬੁਰਾ ਨਾ ਮਨਾਇਓ, ਸਾਡੇ ਬੱਚਿਆਂ ਦਾ ਵੀ ਇਹੀ ਹਾਲ ਹੈ। ਆਹ ਦੇਖ ਲਓ, ਇੱਕ ਰੇਲ ਗੱਡੀ ਬਣਾਈ ਫਿਰਦੇ ਨੇ 5 ਤੇ 7 ਸਾਲ ਦੇ ਬੱਚੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ ਰੇਲ ਗੱਡੀ ਬਣਾਈ ਫਿਰਦੇ ਨੇ। ਇਹ ਕਿਹਦਾ ਕਸੂਰ ਹੈ? ਕਿਹਦਾ ਕਸੂਰ ਹੈ? ਆ ਮੈਂ ਬਾਬਾ ਧੰਨਵੰਤ ਸਿੰਘ ਜੀ ਨੂੰ ਬੜਾ ਉੱਚੀ ਸਟੇਜ ਤੇ ਤੁਹਾਨੂੰ ਕਹਿੰਦੇ ਦੇਖਿਆ, ਭਾਈ ਗੁਰਸਿੱਖੀ ਧਾਰਨ ਕਰੋ, ਗੁਰੂ ਦਾ ਬਚਨ ਮੰਨੋ। ਉਹ ਕਹਿੰਦੇ ਸਾਡੇ ਕੰਨ ਤੇ ਜੂੰ ਸਰਕਣੀ ਨਹੀਂ, ਤੂੰ ਬੋਲੀ ਚੱਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਨਹੀਂ ਮੰਨਣੀ ਤੇਰੀ ਗੱਲ। ਤੇ ਸਾਡੇ 5-7 ਸਾਲ ਦੇ ਬੱਚੇ ਬਣਾਉਂਦੇ ਨੇ ਰੇਲ ਗੱਡੀ। ਮਾਂ ਪਿਓ ਕਹਿੰਦੇ ਨੇ ਚਲੋ ਚੱਲੀਏ, ਤੁਸੀਂ ਉੱਥੇ ਖੇਲਿਓ, ਤੁਸੀਂ ਰੇਲ ਗੱਡੀ ਬਣਾਇਓ, ਅਸੀਂ ਲੰਗਰ ਛਕ ਲਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਮਾਲ ਹੋ ਗਈ। ਸਾਧ ਸੰਗਤ ਜੀ, 5 ਤੇ 7 ਸਾਲ ਦੇ ਬੱਚੇ, ਸੁਣੋ ਮੇਰੀ ਉਹ ਭੈਣੋ, 5-7 ਸਾਲ ਦੇ ਬੱਚੇ ਕਚਹਿਰੀ ਦੇ ਗੇਟ ਦੇ ਸਾਹਮਣੇ ਖੜ ਕੇ ਦੁਸ਼ਮਣ ਚਾਹੁੰਦਾ ਕਲਗੀਧਰ ਦੇ ਲਾਲ ਸਿਰ ਝੁਕਾ ਦੇਣ, ਪਰ ਕਲਗੀਧਰ ਦੇ ਲਾਲਾਂ ਨੂੰ ਸਿਰ ਝੁਕਾਉਣ ਵਾਲਾ ਕੋਈ ਦੁਨੀਆ ਤੇ ਜੰਮਿਆ ਹੀ ਨਹੀਂ ਹੈ। ਸਾਹਿਬਜ਼ਾਦਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਵੀਰਿਆ, ਆ ਮੋਰੀ ਗੇਟ ਬੰਦ ਕਰਿਆ, ਵੱਡਾ ਗੇਟ ਬੰਦ ਕਰਿਆ, ਮੋਰੀ ਗੇਟ ਖੁੱਲਾ। ਆਪਾਂ ਨੂੰ ਕਹਿੰਦੇ ਅੰਦਰ ਚੱਲੋ, ਅੰਦਰ ਲੰਘਾਂਗੇ, ਸਿਰ ਝੁਕਾਵਾਂਗੇ। ਸਾਹਮਣੇ ਵਜੀਦਾ ਖੜਾ ਬੈਠਾ ਗੱਦੀ ਤੇ, ਕੁਰਸੀ ਲਾਈ। ਇਹਨਾਂ ਨੇ ਆਪਾਂ ਨੂੰ ਇਸ ਗੱਲ 'ਚ ਫਸਾਉਣਾ ਬਈ ਤੁਸੀਂ ਤਾਂ ਵਜੀਦੇ ਨੂੰ ਪਹਿਲਾਂ ਹੀ ਸਲਾਮ ਕਰਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਫੇਰ, ਕਹਿੰਦੇ ਕਰਨਾ ਕੀ ਆ ਭਰਾਵਾ? ਕਹਿੰਦਾ ਕਰਨਾ ਕੀ, ਇਹਨੂੰ ਪਹਿਲਾਂ ਜੁੱਤੀਆਂ ਦਿਖਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੀਸ ਅਮਾਨਤ ਸਤਿਗੁਰ ਦੀ। ਐਵੇਂ ਨਾ ਜਗ੍ਹਾ ਜਗ੍ਹਾ ਤੇ ਮੱਥੇ ਟੇਕੀ ਚੱਲਿਆ ਕਰੋ। ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਰ ਕੋ ਹੁਕਮ ਹੈ ਗੁਰੂ ਮਾਨਿਓ। ਸਿਰਫ ਪੜਨ ਚ ਨਹੀਂ, ਮੰਨ ਵੀ ਲੈਣਾ। ਸਤਿਕਾਰ ਸਭ ਦਾ ਕਰੋ, ਸਤਿਕਾਰ ਸਭ ਦਾ ਕਰਨਾ ਹੈ, ਪਰ ਇਹ ਅਮਾਨਤ ਹੈ। ਇਹ ਸੀਸ ਅਮਾਨਤ ਸਤਿਗੁਰ ਦੀ, ਦਰ ਦਰ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਕਲਗੀਆਂ ਵਾਲੇ ਦਾ, ਦਰ ਦਰ ਤੇ ਲਗਾਇਆ ਨਹੀਂ ਜਾਂਦਾ। ਸਾਹਿਬ ਦੇ ਲਾਲਾਂ ਨੇ ਪਹਿਲਾਂ ਆਪਣੇ ਚਰਨ ਪਾਏ, ਭਾਵ ਕੇ ਵਜੀਦੇ ਨੂੰ ਜੁੱਤੀਆਂ ਦਿਖਾਈਆਂ। ਅੰਦਰ ਗਏ, ਫਤਿਹ ਬੁਲਾਈ, ਗੱਜ ਵੱਜ ਕੇ ਤੁਸੀਂ ਵੀ ਬੁਲਾ ਲਓ, ਆਪਾਂ ਵੀ ਬੁਲਾ ਲਓ, ਹਾਜ਼ਰ ਨਾਜ਼ਰ ਸਮਝ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਈ। ਉਹੀ ਗੱਲਾਂ, ਇਹ ਆਨੰਦਪੁਰ ਨਹੀਂ ਹੈ। ਸਾਹਿਬ ਦੇ ਲਾਲ ਕਹਿੰਦੇ ਸਾਨੂੰ ਵੀ ਪਤਾ ਆਨੰਦਪੁਰੀ ਨਹੀਂ ਹੈ, ਪਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਭਾਵੇਂ ਇਕੱਲਾ ਹੀ ਬੈਠ ਜਾਵੇ, ਉੱਥੇ ਹੀ ਆਨੰਦਪੁਰ ਬਣ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਹੀ ਆਨੰਦਪੁਰ ਬਣ ਜਾਂਦਾ ਹੈ। ਫਤਿਹ ਬੁਲਾਈ, ਲਾਲਚ ਦਿੱਤੇ, ਜ਼ਮੀਨਾਂ ਤੁਹਾਡੇ ਨਾਮ, ਵੱਡੇ ਵੱਡੇ ਮਰੱਬੇ ਤੁਹਾਡੇ ਨਾਮ, ਤੁਹਾਡੀਆਂ ਪੜ੍ਹਾਈਆਂ ਅਸੀਂ ਕਰਾਵਾਂਗੇ, ਜਦੋਂ ਵੱਡੇ ਹੋ ਗਏ ਤੁਹਾਡੇ ਵਿਆਹ ਕਰਾਂਗੇ, ਸਾਰੀ ਜ਼ਿੰਦਗੀ ਐਸ਼ ਦੀ। ਸਾਹਿਬ ਦੇ ਲਾਲ ਕਹਿੰਦੇ ਨਹੀਂ ਤਾਂ ਤੁਹਾਨੂੰ ਮੌਤ ਉਤਾਰ ਦਿਆਂਗੇ, ਘਾਟ ਉਤਾਰ ਦਿਆਂਗੇ ਮੌਤ ਦੇ। ਸਾਹਿਬ ਦੇ ਲਾਲ ਕਹਿੰਦੇ 70 ਸਾਲ ਦੇ ਜਿਉਣਾ ਕਿਤੇ ਪੈ ਗਿਆ, 70 ਸਾਲ ਦੀ ਗੁਲਾਮੀ ਦੇ ਨਾਲ ਆ 5 ਤੇ 7 ਸਾਲ ਦੀ ਆਜ਼ਾਦੀ ਦੀ ਜ਼ਿੰਦਗੀ ਸਾਨੂੰ ਮਨਜ਼ੂਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਤੇਰੀ ਅਸੀਂ ਗੁਲਾਮੀ ਨਹੀਂ ਸਹਿੰਦੇ, ਮਰਨਾ ਮਨਜ਼ੂਰ ਹੈ। ਮਰਨੋਂ ਕਦੇ ਨਹੀਂ ਡਰਦੇ। ਕਿਉਂ ਨਹੀਂ ਡਰਦੇ? ਮਰਨੋਂ ਕਦੇ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ ਆ। ਮਰਨੋਂ ਕਦੇ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ ਆ। ਨਹੀਂ ਮਰਨੋਂ ਕਦੇ ਨਹੀਂ, ਉਹ ਮਰਨੋਂ ਕਦੇ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ। ਮਰਨੋਂ ਕਦੇ ਨਹੀਂ ਡਰਦੇ
ਮੌਤ ਦੇ دیਵਾਨੇ ਜਿਹੜੇ ਕਦੇ ਨਹੀਂ ਡਰਦੇ ਜਿਹੜੇ ਮੌਤ ਦੇ دیਵਾਨੇ ਐ ਮਰਨੋਂ ਕਦੇ ਨਹੀਂ। ਇਹ ਜਿਹੜੇ ਮੌਤ ਦੇ دیਵਾਨੇ ਐ ਆਓ ਹੁਣ ਸਮਾਪਤੀ ਵੱਲ ਰਹੋ ਵਿਚਾਰ। ਇਤਿਹਾਸ ਸਭ ਨੂੰ ਪਤਾ ਹੈ। 3 ਦਿਨ ਕਚਹਿਰੀ ਲੱਗੀ। ਇੱਕ ਵਾਰੀ ਇਹ ਵੀ ਹੋਇਆ, ਬੱਚਿਆਂ ਨੂੰ ਕਹਿੰਦੇ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ? ਜੇ ਹੁਣ ਮੇਰੇ ਵਰਗੇ ਨੂੰ ਫੜ ਲੈਂਦੇ, ਕੋਈ ਇੱਥੇ ਹੁਣੀ ਫੜ ਲਵੇ ਕੋਈ, ਮੈਂ ਕਹਿਣਾ ਸੀ ਸਾਰਾ ਕੁਝ ਹੀ ਮਨਾ ਲਿਓ, ਛੱਡ ਦਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਰਾ ਕੁਝ ਹੀ ਮੰਨ ਜੂ ਮੈਂ ਤਾਂ। ਸਾਹਿਬ ਦੇ ਨਾਲ ਕਹਿੰਦੇ ਪਹਿਲੀ ਗੱਲ ਤਾਂ ਤੁਸੀਂ ਛੱਡਦੇ ਨਹੀਂ, ਤੇ ਜੇ ਤੁਸੀਂ ਛੱਡਤਾ ਫਿਰ ਕਿੱਥੇ ਜਾਵਾਂਗੇ? ਜੰਗਲਾਂ 'ਚ ਜਾਵਾਂਗੇ। ਖਾਲਸਾ ਫੌਜ ਇਕੱਠੀ ਕਰਾਂਗੇ, ਖਾਲਸਾ ਫੌਜ ਇਕੱਠੀ ਕਰਕੇ ਤੇਰੇ ਨਾਲ ਜੰਗ ਕਰਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹ ਵਾਹ, ਧੰਨ ਬਾਜਾਂ ਵਾਲੇ ਪ੍ਰੀਤਮ ਤੇਰੇ ਲਾਲ, ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ। ਸਾਧ ਸੰਗਤ ਜੀ, ਫਿਰ ਜ਼ਾਲਮਾਂ ਨੇ ਲਾਇਆ ਫਤਵਾ, ਸੁੱਚਾ ਆਨੰਦ ਨੇ ਕਬੋਲ ਬੋਲੇ। ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਐ। ਫਤਵਾ ਲਗਾਤਾ ਰਹੋ ਵਿਚਾਰ। ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਗੋਟਲ ਵਾਲੇ ਨੇ ਹਾਂ ਦਾ ਨਾਰਾ ਮਾਰਿਆ। ਇਹ ਬੜਾ ਲੰਬਾ ਇਤਿਹਾਸ ਸਭ ਨੂੰ ਪਤਾ ਹੈ। ਦਾਦੀ ਮਾਂ, ਆਖਰੀ ਦਿਨ ਦਾ ਸਮਾਂ, ਦਾਦੀ ਮਾਂ ਨੇ ਉਹ ਸਾਖੀਆਂ ਸੁਣਾਈਆਂ। ਮਤੀ ਦਾਸ ਜੀ ਦੇ ਸਿਰ ਤੇ ਆਰਾ ਚੱਲਿਆ ਬੇਟਾ। ਜਦੋਂ ਮਤੀ ਦਾਸ ਨੂੰ ਪੁੱਛਿਆ ਤੇਰੀ ਅੰਤਮ ਇੱਛਾ ਕੀ ਹੈ? ਮਤੀ ਦਾਸ ਨੇ ਕਿਹਾ ਸੀ ਮੇਰੀ ਅੰਤਮ ਇੱਛਾ ਇਹੀ ਹੈ ਜਦੋਂ ਮੇਰੇ ਸਿਰ ਤੇ ਆਰਾ ਚੱਲੇ ਮੇਰਾ ਮੁਖੜਾ ਗੁਰੂ ਦੇ ਵੱਲ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੀਆਂ ਰੰਗਾਂ 'ਚ ਤੱਤੀ ਤਵੀ ਤੇ ਬੈਠਣ ਵਾਲੇ ਦਾ ਖੂਨ, ਤੁਹਾਡੀਆਂ ਰਗਾਂ ਦੇ ਵਿੱਚ ਤੁਹਾਡੇ ਦਾਦੇ ਦਾ ਖੂਨ। ਦੇਖਿਓ ਦਾਦੇ ਦੀ ਪੱਗ ਨੂੰ ਦਾਗ ਨਾ ਲੱਗ ਜਾਵੇ। 5 ਤੇ 7 ਸਾਲ ਦੀਆਂ ਜਿੰਦਾਂ, ਨਿੱਕੀਆਂ ਜਿੰਦਾਂ ਚੱਲੀਆਂ ਸਾਕੇ ਕਰਨ ਵੱਡੇ। ਆਖਰੀ ਦਿਨ ਮਾਤਾ ਜੀ ਨੂੰ ਮਿਲ ਕੇ ਸਾਹਿਬ ਦੇ ਲਾਲ ਕਚਹਿਰੀ 'ਚ ਪੇਸ਼ ਹੋਏ। ਜਲਾਦ ਬੁਲਾਏ ਗਏ। ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ, ਉਹ ਕਤਲ ਕਹਿੰਦੇ ਸੀ, ਅਸੀਂ ਸ਼ਹੀਦ ਕਹਿਣਾ। ਇਹਨਾਂ ਨੂੰ ਨੀਹਾਂ 'ਚ ਚਿਣ ਕੇ ਕਤਲ ਕਰ ਦਿੱਤਾ ਜਾਵੇ। ਨੀ ਚੜਨੀ ਸ਼ੁਰੂ ਹੋਈ। ਧਿਆਨ ਦਿਓ, ਇੱਕ ਇੱਕ ਪੁਆਇੰਟ ਕੀਮਤੀ ਹੈ। ਨੀ ਚੜਨੀ ਸ਼ੁਰੂ ਜਦੋਂ ਹੋਈ ਗੋਡਿਆਂ ਤੱਕ ਕੰਧ ਆਈ। ਕਹਿੰਦੇ ਕੰਧ ਗੋਡਿਆਂ ਤੋਂ ਵਿੰਗੀ ਹੁੰਦੀ ਹੈ। ਤੇ ਸਾਧ ਸੰਗਤ ਜੀ, ਸਾਹਿਬ ਦੇ ਲਾਲਾਂ ਦੇ ਗੋਡਿਆਂ ਤੇ ਤੇਸੀਆਂ ਮਾਰੀਆਂ, ਤੇਸੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਪੀਆਂ ਦੇ ਹਿਰਦੇ ਕੰਬ ਗਏ, ਪਰ ਗੁਰੂ ਕੇ ਲਾਲ ਅਡੋਲ। ਦੀਵਾਰ ਬਣਦੀ ਜਾ ਰਹੀ ਹੈ, ਲਾਲਚ ਦਿੰਦੇ ਜਾ ਰਹੇ ਨੇ, ਅਜੇ ਵੀ ਮੰਨ ਜਾਓ, ਅਜੇ ਵੀ ਮੰਨ ਜਾਓ। ਤੇ ਗੁਰੂ ਦੇ ਲਾਲ ਇੱਕੋ ਹੀ। ਮੈਂ ਬਿਨਾਂ ਸਾਜ਼ਾਂ ਤੋਂ ਪੜੂੰਗਾ। ਸਾਰੀ ਸੰਗਤ ਨੇ ਜਿਵੇਂ ਵਾਹਿਗੁਰੂ ਦਾ ਜਾਪ ਕੀਤਾ ਹੈ, ਪਤਾ ਲੱਗ ਜੇ ਅੱਜ ਜਿਹੜੀ ਅਸੀਂ ਸਿਗਲੀਗਰ ਸਿੱਖ ਸੇਵਕ ਜਥਾ ਜਿਹੜਾ ਬੈਠਾ ਸੰਗਤਾਂ ਦੇ ਵਿੱਚ, ਉਹਨਾਂ ਦਾ ਸਿੱਖੀ ਦੇ ਨਾਲ ਕੀ ਪਿਆਰ ਹੈ। ਮੈਂ ਪੜਾਂਗਾ, ਬਿਨਾਂ ਸਾਜ਼ਾਂ ਤੋਂ ਤੁਸੀਂ ਪੜਨਾ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ। ਪੜੋ, ਸਿਦਕ ਨਾ ਜਾਵੇ। ਪੜੋ ਭੈਣੋ ਉੱਚੀ ਉੱਚੀ। ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਪੜੋ ਮੇਰੀਓ ਭੈਣੋ। ਸਿਰ ਜਾਵੇ ਤਾਂ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਵਾਹ ਜੀ ਵਾਹ। ਸਿਰ ਜਾਵੇ ਤਾਂ ਸਿੱਖੀ ਸਦਕ ਨਾ ਜਾਵੇ ਸਾਡਾ। ਸਿੱਖੀ ਸਦਕ ਨਾ ਜਾਵੇ ਸਾਡਾ। ਸਿੱਖੀ ਸਿਦਕ ਨਾ ਜਾਵੇ ਸਾਡਾ। ਸਿੱਖੀ ਸਿਦਕ ਨਾ ਜਾਵੇ ਸਾਡਾ। ਵਾਹ ਜੀ ਵਾਹ। ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ। ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ। ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ
ਸਿੱਖੀ ਸਿਦਕ ਨਾ ਜਾ। ਪੜੋ ਪੈਣੋ ਸਿਰ ਜਾਵੇ ਤਾਂ ਵਾਹ ਜੀ ਵਾਹ। ਇਹ ਦੀਵਾਰ ਦੇ ਵਿੱਚੋਂ ਨਾਰਾ ਬੁਲੰਦ ਹੋਇਆ, ਦੀਵਾਰ ਗਲਾਂ ਤੱਕ ਆਈ। ਬਹੁਤ ਬਹੁਤ ਵੱਡੇ ਵੱਡੇ ਇਤਿਹਾਸ, ਬੜੇ ਅਮੋਲਕ ਵਚਨ ਨੇ, ਪਰ ਹੁਣ ਸਮਾਂ ਨਹੀਂ ਹੈ। ਕਹਿੰਦੇ ਜਦੋਂ ਦੀਵਾਰ ਪੂਰੀ ਹੋਈ, ਕੰਧ ਡਿੱਗੀ, ਸਾਹਿਬ ਦੇ ਲਾਲ ਬੇਹੋਸ਼ ਹੋ ਕੇ ਡਿਗੇ। ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ ਜਿਨ੍ਹਾਂ ਦਾ ਮੁਕੱਦਮਾ ਚੱਲਦਾ ਸੀ, ਲਾਲਚ ਦੇ ਕੇ ਉਹਨਾਂ ਨੂੰ ਸਾਧ ਸੰਗਤ ਜੀ ਸਾਹਿਬ ਦੇ ਲਾਲਾਂ ਨੂੰ ਸ਼ਹੀਦ ਕਰਨ ਦਾ ਕਿਹਾ ਗਿਆ। ਸਾਹਿਬਜ਼ਾਦਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਦੇ ਇੰਨਾ ਜ਼ਾਲਮਾਂ ਨੇ, ਤੇ ਤੁਹਾਨੂੰ ਬੈਰੀਓ ਤਰਸ ਨਾ ਆਇਆ ਤੁਹਾਨੂੰ? ਤੁਸੀਂ ਮਰਮੁਖ ਕਿਉਂ ਨਹੀਂ ਗਏ? ਸਾਧ ਸੰਗਤ ਜੀ ਇੱਥੋਂ ਸਾਹ ਰਗਾਂ ਕੱਟ ਦਿੱਤੀਆਂ ਸੀ ਸਾਹਿਬ ਦੇ ਲਾਲਾਂ ਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਹੀਦ ਹੋ ਗਏ। ਇੱਧਰ ਦਾਦੀ ਮਾਂ, ਦਾਦੀ ਦੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ। ਜੋੜੀਆਂ ਸ਼ਹੀਦ ਹੋ ਗਈਆਂ। 5 ਸਾਲ 7 ਸਾਲ ਦੇ ਬੱਚੇ ਸ਼ਹੀਦ ਹੋ ਗਏ। ਦਾਦੀ ਮਾਂ ਨੇ ਵੀ ਆਪਣਾ 5 ਭੌਤਿਕ ਸਰੀਰ ਦਾ ਪਰਿਤਿਆਗ ਕਰ ਦਿੱਤਾ। ਟੋਡਰ ਮੱਲ ਆਇਆ। ਸਾਹਿਬ ਦੇ ਲਾਲਾਂ ਦਾ ਸੰਸਕਾਰ ਕਰਨ ਵਾਲਾ ਕੋਈ ਅੱਗੇ ਨਹੀਂ ਸੀ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲਾਂ ਨੂੰ ਸੋਚਣਾ ਅਸੀਂ, ਆਪਣੇ ਜਿਹਨ 'ਚ ਵਸਾਉਣੀਆਂ ਨੇ। ਟੋਡਰ ਮੱਲ, ਟੋਡਰ ਮੱਲ, ਉਹ ਟੋਡਰ ਮੱਲ ਜਿਹਨੇ ਕਿਹਾ ਮੈਂ ਸਾਹਿਬ ਦੇ ਲਾਲਾਂ ਦਾ ਸੰਸਕਾਰ ਕਰਨਾ। ਮੇਰੀ ਉਹ ਭੈਣੋ, ਆ ਸੰਸਕਾਰ ਕਰਨ ਵਾਸਤੇ ਕਿੰਨੀ ਕੁ ਜਗ੍ਹਾ ਚਾਹੀਦੀ ਸੀ, ਪਰ ਕੋਈ ਅੱਗੇ ਨਹੀਂ ਸੀ ਆਉਂਦਾ। ਜ਼ਾਲਮਾਂ ਨੇ ਕਿਹਾ ਜਿੰਨੇ ਜਿਹੜੀ ਜਗ੍ਹਾ ਤੇ ਤੁਸੀਂ ਸੰਸਕਾਰ ਕਰਨਾ, ਉਹ ਟੋਡਰ ਮੱਲ ਉਨੀਆਂ ਜਗ੍ਹਾ ਤੇ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਪੈਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਟੋਡਰ ਮੱਲ ਕਹਿੰਦਾ ਮੈਂ ਕਲਗੀਆਂ ਵਾਲੇ ਦੀ ਖੁਸ਼ੀ ਲੈਣੀ ਹੈ, ਕਲਗੀਧਰ ਪਾਤਸ਼ਾਹ ਦੀ ਖੁਸ਼ੀ ਲੈਣੀ ਆ। ਸੋਨੇ ਦੀਆਂ ਮੋਹਰਾਂ ਉਹਦੇ ਕੋਈ ਬਰਾਬਰ ਨਹੀਂ ਉਹਦੇ ਲਾ ਸਕਦਾ। ਕਿਤੇ ਕੰਪੈਰੀਜ਼ਨ ਕੀਤਾ ਜਾ ਸਕਦਾ ਗੁਰੂ ਦੇ ਪਿਆਰ ਦਾ ਤੇ ਦੁਨਿਆਵੀ ਝੂਠੀ ਮਾਇਆ ਦਾ। ਲਿਆ ਕੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ। ਜ਼ਾਲਮ ਕਹਿੰਦੇ ਪਹਿਲਾਂ ਖੜੀਆਂ ਕਰਦੇ ਸੀ, ਮੈਂ ਤਾਂ ਨਹੀਂ ਦੇਖੀ, ਤੁਹਾਡੇ ਜੋ ਦੇਖੀ ਹੋਵੇ ਤਾਂ ਕਿਸੇ ਨੇ ਪਤਾ ਹੈ। ਖੜੀਆਂ ਕਰਤੇ ਸੋਨੇ ਦੀਆਂ ਮੋਹਰਾਂ। ਉਹ ਕਹਿੰਦੇ ਇਦਾਂ ਜਗ੍ਹਾ ਘੱਟ ਘੇਰਦੀ ਆ ਨਾ, ਪਹਿਲਾਂ ਵਿਛਾਉਣ ਲੱਗ ਗਿਆ। ਕਹਿੰਦੇ ਜਗ੍ਹਾ ਵੱਧ ਘੇਰਦੀ ਆ, ਖੜੀਆਂ ਕਰਨੀਆਂ ਪੈਣਗੀਆਂ। ਵਾਹਿਗੁਰੂ ਫਿਰ ਸੋਨੇ ਦੀਆਂ ਮੋਹਰਾਂ ਖੜੀਆਂ ਕੀਤੀਆਂ। ਟੋਡਰ ਮੱਲ ਨੇ ਮਾਤਾ ਗੁਜਰ ਕੌਰ ਜੀ ਦਾ, ਸਾਹਿਬ ਦੇ ਲਾਲਾਂ ਦਾ ਫਿਰ ਸੰਸਕਾਰ ਕੀਤਾ। ਸਾਧ ਸੰਗਤ ਜੀ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਗੱਲਾਂ ਦੇ ਨਾਲ ਨਹੀਂ ਮੁਰਦਾ ਹੋਇਆ ਜਾਂਦਾ, ਗੱਲਾਂ ਦੇ ਨਾਲ ਨਹੀਂ ਸਿੱਖੀ ਕਮਾਈ ਜਾਂਦੀ। ਇਹ ਤੇ ਸ਼ਹੀਦੋਂ ਕੀ ਜਤਾਓਂ ਪੇ ਲੱਗेंगे ਹਰ ਬਰਸ ਮੇਲੇ। ਉਹਨਾਂ ਦੀ ਜਾਚ ਲੱਗਣੇ ਨੇ, ਸਾਡੀ ਜਾਚ ਨਹੀਂ ਕੋਈ ਮੇਲਾ ਮੂਲਾ ਲੱਗਣਾ। ਜੇ ਤੁਸੀਂ ਕਹੋ ਸਾਨੂੰ ਤਾਂ ਪਹਿਲੇ ਸਾਲ ਕਿਸੇ ਨੇ ਕਿਤੇ ਡਰਦੇ ਮਾਰਿਆਂ ਨੇ ਘਰਦਿਆਂ ਨੇ ਪਾਠ ਕਰਾ ਲੈਣਾ ਵੀ ਕਿਤੇ ਇੱਧਰ ਉੱਧਰ ਸਾਨੂੰ ਹੀ ਨਾ ਆ ਕੇ ਚਿੰਬੜ ਜੇ, ਤੇ ਨਹੀਂ ਤਾਂ ਦੂਸਰੇ ਸਾਲ ਤਾਂ ਭੁੱਲ ਹੀ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। रहो विचार शहीदों की चिताओं पे लगेंगे हर बरस मेले, वतन पर मिटने वालों का यही नामो निशान होगा। इन्नी क हाजरी प्रवान करो। भुल्लां चुक्कां दी माफ़ी। सारी संगत दा कोटान कोट धन्नवाद। अद्धा घंटा तो मैं बहुत डिस्टर्ब होया, पर बाद विच तुसीं बड़ा सहयोग देता, तुहाडा बहुत बहुत धन्नवाद है। क्योंकि गुरु की हजूरी च डिस्टरबेंस, गुरु की हजूरी च बातां, गुरु की हजूरी च गल्लां ये अच्छियां शोभा नहीं पाउंदियां। साध संगत जी आपां बैठना सतगुरु की हजूरी च, ऐ पता लगे साडे गुरदेव पातशाह 10 गुरुआं दी जोत ऐ विराजमान बैठे ने। पातशाह नहीं बुलाया, जो कुछ बुलाया मेरे वर्गे अनजान बंदे नूं कुछ नहीं। साध संगत ज्यों बुलावे त्यों बोलिया स्वामी कुदरत गवन हमारी। कलगीधर महाराज कृपा करन, धन गुरु ग्रंथ साहिब महाराज जी कृपा करन। इस तरह सिगलीगढ़ सिख पंथ जथा उपराला बहुत वड्डा है। इन्हां दे चरनां दे नमस्कार है। ये जिहड़े वीर मेरे अगे आए ने सारे प्रबंधक, इन्हां दे चरनां दे नमस्कार है। नाल हथ जोड़ के बेनती है, अगे नूं जदों भी आपां संगत नूं सद्दा पत्र देना थल्ले नोट लिख दिओ भी जदों आपां साहिबजादियां दी जात जाना है, इउं लग जे धन गुरु कलगीधर महाराज सच्चे पातशाह नूं अज मेरा सिगलीगढ़ सिख समाज मेरे लालां दी याद दे विच अज इत्थे इकट्ठा होण लगे। आखो सतनाम श्री वाहिगुरू। उत्थे जाके रौला नहीं पाउणा, उत्थे जा करके इधर उधरियां गल्लां नहीं करनियां। उत्थे जाके मैं अपने इसी गुरु के इतिहास नाल जुड़ांगे। मैनूं आस है भी ये बचन मेरा तुसीं बेनती नूं प्रवान करोगे।
ਭੁੱਲਾਂ ਚੁੱਕਾਂ ਦੀ ਮਾਫੀ। ਆਨੰਦ ਸਾਹਿਬ ਜੀ ਦਾ ਪਾਠ ਬਾਅਦ 'ਚ ਕਰਨਾ ਕਿ ਨਾਲ ਹੀ ਕਰ ਦਈਏ ਜੀ? ਹਾਂ, ਭੁੱਲਾਂ ਚੁੱਕਾਂ ਦੀ ਮਾਫੀ ਕਰਿਓ। ਮੇਰਾ ਪ੍ਰੇਮ ਹੈ ਤੁਹਾਡੇ ਨਾਲ, ਬਹੁਤ ਪ੍ਰੇਮ ਕਰਦੇ ਹੋ। ਭਾਈ ਸਾਹਿਬ ਭਾਈ ਧੰਨਪਾਲ ਸਿੰਘ ਜੀ, ਹੋਰ ਸਾਰੇ ਸੇਵਕ ਜਥੇ ਦਾ ਧੰਨਵਾਦ। ਲਾਈਵ ਕਰਨ ਵਾਲੇ ਮੇਰੇ ਵੀਰ ਨੇ ਜਿਹੜੇ ਕੀਰਤਨ ਪ੍ਰਧਾਨ ਲਾਈਵ ਹੋ ਰਿਹਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਨੂੰ ਲਾਈਵ ਕੀਤਾ ਹੈ। ਭੁੱਲਾਂ ਚੁੱਕਾਂ ਦੀ ਮਾਫੀ ਕਰਿਓ। ਸਾਊਂਡ ਵਾਲੇ ਦਾ ਵੀ ਧੰਨਵਾਦ ਹੈ, ਸਾਰਿਆਂ ਦਾ ਹੀ ਧੰਨਵਾਦ। ਪਰ ਕਲਗੀਧਰ ਦੇ ਪਾਤਸ਼ਾਹ ਦੀ ਕੁਰਬਾਨੀ ਨੂੰ ਝੋਲੀ ਜੀ ਪਾ ਕੇ ਰੱਖਿਓ ਭਰਾਵੋ। ਜੇ ਕਲਗੀਧਰ ਦੀ ਕੁਰਬਾਨੀ ਅਸੀਂ ਵਿਸਾਰ ਦਿੱਤੀ, ਸਾਡਾ ਦੁਨੀਆ ਤੇ ਰਹਿਣਾ ਹੀ ਕੱਖ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੀਬੀਆਂ ਦਾ ਵੀ ਧੰਨਵਾਦ ਕਰ ਦੋ ਕਿ ਤੁਸੀਂ ਰੌਲਾ ਪਾਇਆ। ਬਾਤ ਸਵਾਸ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸਰਬਜੀਤ ਸਿੰਘ ਜੀ, ਜਿਨ੍ਹਾਂ ਦਾ ਇਲਾਹੀ ਬਾਣਾ ਦੇ ਕੀਰਤਨ ਸੁਣੋਗੇ ਤਾਂ ਦੰਗ ਰਹਿ ਜਾਂਦੇ ਆਪਾਂ। ਲੇਕਿਨ ਇਹ ਮੈਂ ਵਾਅਦਾ ਕਰਦਾ ਅੱਗੇ ਸ਼ਹੀਦੀ ਸਮਾਗਮ ਨਾ ਬਣਾ ਕੇ ਨਾ ਬੀਬੀਆਂ ਦੇ ਗੀਤ ਗਾਏ ਜਾਣਗੇ। ਇਹ ਅੱਜ ਮੈਂ ਵਾਅਦਾ ਕਰਦਾ ਹਾਂ।